ਗੁਰੂ ਨਾਨਕ ਪਾਦ ਸਿਮਰੋ ਅੰਗਦ ਦੁਖ ਨਿਕੰਦ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨ ਕੇ ਨਾਸਕ ਕੇ ਨਾਸਕ। ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੁਹਰਾ ਗੁਰ ਈਸ਼ਰ ਮੂਰਤ ਗਿਆਨ ਕੀ। ਉਪਜ ਪ੍ਰਪੰਚ ਥਿਰੈ ਬਿਦ। ਬੈ ਲਗ ਇਸਕੋ ਨਾਮ। ਸਥਿਤ ਅਵਾਂਤਰ ਭੇਦ ਜੋ। ਬਿਦ ਨਿਸ ਦਿਨ ਬਿਦ ਪੱਲੇ ਕਹਿ ਸਭ ਕੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਤੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਸਾਹਿਬੇ ਕਮਾਲ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ, ਸਤਿਗੁਰਾਂ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰਦੇ। ਅੱਜ ਇੱਕ ਮਹਾਨ ਮਹਾਤਮਾ ਸਿੱਖ ਪੰਥ ਦੇ ਮਹਾਨ ਵਿਦਵਾਨ, ਮਾਰਤੰਡ ਵਿਦਵਾਨ, ਜੋ ਵਾਕਈ ਗਿਆਨ ਪਰਲੇ ਦੇ ਵਿੱਚ ਰਹਿਣ ਵਾਲੇ ਤਤ ਬੇਤਾ ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਸੱਚਖੰਡ ਗਮਨ ਕਰ ਗਏ ਹਨ। ਉਹਨਾਂ ਨੂੰ ਆਪਣੀ ਸਿਮਰਤੀ ਵਿੱਚ ਯਾਦ ਕਰਦਿਆਂ
ਐਸੇ ਮਹਾਨ ਤਿਆਗ ਦੀ ਮੂਰਤ ਤਿਨਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਨਮਨ ਕਰਦਿਆਂ ਸੀਸ ਝੁਕਾਉਂਦੇ ਹਾਂ। ਉਹਨਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕੱਲ੍ਹ 3 ਤਰੀਕ ਨੂੰ ਪਿੰਡਰ ਕਲਾਂ ਵਿਖੇ ਕੀਤਾ ਜਾਣਾ ਹੈ। ਆਓ ਲੜੀਵਾਰ ਕਥਾ ਨਾਲ ਜੁੜੀਏ। ਕਲਗੀਆਂ ਵਾਲੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਦਇਆ ਸਿੰਘ ਜੀ ਖਾਲਸੇ ਪੰਥ ਨੂੰ ਉਪਦੇਸ਼ ਦੇ ਰਹੇ ਹਨ। ਪੱਚੀ ਪ੍ਰਕਿਰਤੀਆਂ ਦਾ ਜ਼ਿਕਰ ਹੋਇਆ ਹੈ। 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 4 ਉਹਨਾਂ ਦੇ ਅੰਤਸ਼ਕਰਨ, ਫਿਰ ਉਹਨਾਂ 14 ਦੇ ਅੱਗੇ 14 ਵਿਸ਼ੇ, ਫਿਰ ਉਹਨਾਂ ਦੇ ਅੱਗੇ 14 ਦੇਵਤੇ, ਉਹਨਾਂ ਨੂੰ 14 ਨੂੰ ਪ੍ਰਕਾਸ਼ਣੇ ਵਾਲੇ, ਫਿਰ 10 ਪ੍ਰਕਾਰ ਦੇ ਪ੍ਰਾਣ, 5 ਉਪ ਤੇ 5 ਮੁੱਖ। ਉਹਨਾਂ ਦੀ ਵਿਚਾਰ ਆਪ ਜੀ ਨੇ ਕੱਲ ਸੁਣੀ। ਪਰਲੇ ਕਾਲ ਵਿੱਚ ਪਰਲੇ ਕਿਵੇਂ ਹੁੰਦੀ ਹੈ, ਉਹ ਨਿਤ ਪਰਲੇ, ਨਮਿਤ ਪਰਲੇ, ਗਿਆਨ ਪਰਲੇ, ਉਹਦੇ ਬਾਰੇ ਵੀ ਕੱਲ ਦੀ ਕਥਾ ਵਿੱਚ ਆਪਾਂ ਵਿਚਾਰਿਆ। ਆਓ ਅੱਜ ਸਥਿਤੀ ਕੀ ਹੈ ਉਹ ਦੱਸਦੇ ਨੇ। ਸਥਿਤੀ ਦਾ ਮਤਲਬ ਕਿ ਪਹਿਲਾਂ ਬਣਦਾ ਹੈ, ਫਿਰ ਸਥਿਤ ਹੁੰਦਾ, ਫਿਰ ਪਰਲੇ ਹੁੰਦੀ ਹੈ। ਸਥਿਤੀ ਕੀ ਹੈ, ਸਥਿਤੀ ਕੀ ਹੈ, ਉਹਦਾ ਜ਼ਿਕਰ ਭਾਈ ਦਇਆ ਸਿੰਘ ਜੀ ਕਰਦੇ ਨੇ। ਫਿਰ ਉਤਪਤੀ ਵੀ ਦੱਸਣਗੇ, ਫਿਰ ਪਰਲਾ ਦੱਸਣਗੇ। ਆਓ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ ਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਪਜ ਪ੍ਰਪੰਚ ਥਿਰੈ ਬਿਦ ਬਹਿ ਲਗ, ਇਸ ਕੋ ਨਾਮ ਸਥਿਤ ਤੂੰ ਜੋਏ। ਕਹਿਣ ਲੱਗੇ ਸਥਿਤੀ ਕਿਸ ਨੂੰ ਕਹਿੰਦੇ ਨੇ ਕਿ ਜਿਤਨਾ ਇਹ ਪ੍ਰਪੰਚ ਜਦੋਂ ਉਪਜਦਾ ਹੈ, ਆ ਪ੍ਰਪੰਚ ਜਿਹੜਾ ਇਹ ਸਾਰਾ ਸੰਸਾਰ, ਇਹਨੂੰ ਪ੍ਰਪੰਚ ਕਿਹਾ। ਪ੍ਰਪੰਚ ਦਾ ਵੈਸੇ ਅਰਥ ਏਦਾਂ ਕਰਦੇ ਆ ਵਿਦਵਾਨ ਕਿ ਜੋ ਹੈ ਨਹੀਂ, ਬਸ ਠੱਗਣ ਵਾਸਤੇ ਬਣਾਇਆ, ਹੁੰਦਾ ਨਹੀਂ, ਪਰ ਕੇਵਲ ਠੱਗਣੇ ਵਾਸਤੇ ਬਣਾਇਆ ਜਾਵੇ ਉਹਨੂੰ ਪ੍ਰਪੰਚ ਕਹਿੰਦੇ ਹਨ। ਆ ਜਿਤਨਾ ਵੀ ਪ੍ਰਪੰਚ ਹੈ, ਜਦੋਂ ਇਹ ਪੈਦਾ ਹੁੰਦਾ ਹੈ, ਪੈਦਾ ਹੋਣ ਤੋਂ ਬਾਅਦ ਬ੍ਰਹਮਾ ਦੀ ਉਮਰ ਤੱਕ, ਜਿੰਨੀ ਦੇਰ ਤੱਕ ਬ੍ਰਹਮਾ ਜੀ ਦੀ ਉਮਰ ਹੁੰਦੀ ਹੈ, ਬਿਦ ਨਾਮ ਬ੍ਰਹਮਾ ਦਾ ਹੈ, ਬ੍ਰਹਮਾ ਦੀ ਉਮਰ ਤੱਕ ਇਹ ਸੰਸਾਰ ਦੀ ਸਥਿਤੀ ਰਹਿੰਦੀ ਹੈ। ਇਹ ਸੰਸਾਰ ਜਿਹੜਾ ਇਹ ਟਿਕਾ ਵਿੱਚ ਰਹਿੰਦਾ ਹੈ। ਸਥਿਤ ਅਵੰਤਰ ਭੇਦ ਜੋ ਬਿਦ, ਨਿਸ ਦਿਨ ਬਿਦ ਬਦ ਪਰਲੇ ਕਹੈ ਸਭ ਕੋਏ। ਜਿਹੜੀ ਸਥਿਤੀ ਹੈ ਫਿਰ ਉਹ ਵੀ ਸਥਿਤੀ ਅਵੰਤਰ ਕਰਕੇ ਅੱਗੇ 2 ਪ੍ਰਕਾਰ ਦੀ ਹੈ। ਦਿਨ ਤੇ ਰਾਤ ਦੀ ਪਰਲੇ ਉਹਨੂੰ ਕਹਿ ਦਿੰਦੇ। 2 ਪ੍ਰਕਾਰ ਦੀ ਕਿਵੇਂ ਹੈ? ਕਹਿੰਦੇ ਬ੍ਰਹਮਾ ਜੀ ਦਾ ਜਿੰਨਾ ਦਿਨ ਹੁੰਦਾ ਉਸ ਦਿਨ ਵਿੱਚ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ। ਫਿਰ ਜਿੰਨੀ ਉਹਨਾਂ ਦੀ ਰਾਤਰੀ ਹੁੰਦੀ ਹੈ ਉਹਨਾਂ ਸਮੇਂ ਤੱਕ ਸੰਸਾਰ ਪਰਲੇ 'ਚ ਰਹਿੰਦਾ ਹੈ। ਇਹਨੂੰ ਇਸ ਪ੍ਰਕਾਰ ਨਾਲ ਦਿਨ ਤੇ ਰਾਤ ਦੀ ਪਰਲੇ ਵੀ ਕਹਿੰਦੇ ਨੇ, ਕਿਉਂਕਿ 4 ਯੁੱਗਾਂ ਦਾ ਇੱਕ ਦਿਨ ਬੀਤਦਾ ਬ੍ਰਹਮਾ ਜੀ ਦਾ। ਭਾਈ ਗੁਰਦਾਸ ਜੀ ਨੇ ਲਿਖਿਆ ਆਪਣੀ ਬਾਣੀ ਵਿੱਚ ਕਿ ਸਾਡੇ 4 ਯੁੱਗ ਬੀਤਦੇ ਨੇ, ਬ੍ਰਹਮਾ ਦਾ ਇੱਕ ਦਿਵਸ ਵਿਹਾਵ ਹੈ, ਬ੍ਰਹਮਾ ਜੀ ਦਾ ਇੱਕ ਦਿਨ ਬੀਤਦਾ। ਫਿਰ ਜਿੰਨਾ ਉਹ ਇੱਕ ਦਿਨ ਵਿੱਚ ਸੰਸਾਰ ਰਚਿਆ ਜਾਂਦਾ, ਸਥਿਤ ਰਹਿੰਦਾ, ਫਿਰ ਓਨੀ 4 ਯੁੱਗਾਂ ਦੀ ਰਾਤ ਹੈ, ਓਨੀ ਦੇਰ ਤੱਕ ਫਿਰ ਇਹ ਸਾਰਾ ਸੰਸਾਰ ਪਰਲੇ 'ਚ ਰਹਿੰਦਾ। ਇਹਨੂੰ ਦਿਨ ਤੇ ਰਾਤ ਦੀ ਪਰਲੇ ਕਿਹਾ ਜਾਂਦਾ ਹੈ।
ਪੂਰਨ ਆਯੂ ਬ੍ਰਹਮਾ ਲੈ ਹੋਏ। ਕਹਿੰਦੇ ਅਖੀਰ ਨੂੰ ਬ੍ਰਹਮਾ ਜੀ ਦੀ ਵੀ ਉਮਰ ਪੂਰੀ ਹੁੰਦੀ, ਕਿਉਂਕਿ ਕਾਲ ਪਾਏ ਬ੍ਰਹਮਾ ਬਪਤਰਾ। ਅਖੀਰ ਨੂੰ ਤੇ ਬ੍ਰਹਮਾ ਜੀ ਨੇ ਵੀ ਖਤਮ ਹੋਣਾ ਹੈ ਨਾ, ਇਹ ਵਿਧਾਨ ਹੈ ਵਿਧੀ ਦਾ। ਜਦੋਂ ਮਹਾਪਰਲੈ ਹੁੰਦੀ ਹੈ ਉਦੋਂ ਬ੍ਰਹਮਾ ਵੀ ਸਮਾਪਤ ਹੋ ਜਾਂਦੇ ਆ। ਤੋ ਕਹਿੰਦੇ ਜਦੋਂ ਬ੍ਰਹਮਾ ਜੀ ਦੀ ਉਮਰ ਪੂਰੀ ਹੋ ਜਾਂਦੀ ਹੈ, ਦੁਤੀ ਪਰਲੈ ਸਭ ਕੋਸ਼ ਜਾਨ। ਉਹਨੂੰ ਦੂਸਰੀ ਪਰਲੈ ਕਹਿੰਦੇ ਨੇ, ਜਦੋਂ ਸਭ ਕੁਝ ਛੈ ਹੋ ਜਾਂਦਾ। ਕਿਉਂਕਿ ਦਿਨ ਰਾਤ ਦੀ ਪਰਲੈ ਵਿੱਚ ਕੇਵਲ ਸੰਸਾਰ ਖਤਮ ਹੁੰਦਾ, ਬ੍ਰਹਮਾ ਆਦਿਕ ਕੁਦਰਤ ਪੰਜ ਤੱਤ ਸੂਖਮ ਰੂਪ 'ਚ ਰਹਿੰਦੇ ਨੇ। ਪਰ ਜਦੋਂ ਬ੍ਰਹਮਾ ਜੀ ਵੀ ਸਮਾਪਤ ਹੋ ਜਾਂਦੇ ਨੇ ਉਦੋਂ ਫਿਰ ਸਭ ਕੁਝ ਖਤਮ ਹੋ ਜਾਂਦਾ। ਇਹ ਸਾਰੇ ਪੰਜ ਸੂਖਮ ਤੱਤ ਜਿਹੜੇ ਨੇ ਇਹ ਵੀ ਸਾਰੇ ਵਿਲੈ ਹੋ ਜਾਂਦੇ ਹਨ। ਇਹਨੂੰ ਫਿਰ ਮਹਾਪਰਲੈ ਕਹਿੰਦੇ ਹਨ। ਜਿਸ ਮੈਂ ਉਤਪਤ ਸਥਿਤ ਨਾ ਪਰਲੈ। ਇੱਕ ਗਿਆਨ ਪਰਲੋ ਹੈ, ਕੱਲ ਵੀ ਦਾ ਜ਼ਿਕਰ ਆਇਆ ਸੀ। ਉਹ ਗਿਆਨ ਪਰਲੋ ਕੀ ਹੈ? ਵੀ ਉਹ ਸਵਰੂਪ ਜਿਹਦੇ ਵਿੱਚ ਨਾ ਤਾਂ ਉਤਪਤੀ ਹੁੰਦੀ ਹੈ, ਨਾ ਸਥਿਤੀ ਹੁੰਦੀ ਹੈ, ਤੇ ਨਾ ਹੀ ਪਰਲੈ ਹੁੰਦੀ। ਤਿੰਨੇ ਚੀਜ਼ਾਂ ਨਹੀਂ। ਜਿੱਥੇ ਤਿੰਨੇ ਗੁਣ ਰਜੋ ਤਮੋ ਸਤੋ ਗੁਣ ਹੈ ਹੀ ਨਹੀਂ, ਉਹ ਬ੍ਰਹਮਾਕਾਰ ਜਿਹੜੀ ਬਿਰਤੀ ਹੈ। ਤ੍ਰਿਤੀ ਹੋਤ ਹੈ ਪਰਲੈ ਗਿਆਨ। ਇਹਨੂੰ ਗਿਆਨ ਪਰਲੈ ਕਹਿੰਦੇ, ਜਦੋਂ ਸੰਸਾਰ ਦਾ ਅਭਾਵ ਹੋ ਜਾਂਦਾ ਹੈ। ਗਿਆਨੀ ਦੇ ਅੰਦਰ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਨੇ, ਉਹਨਾਂ ਅੰਦਰ ਸਾਰੀ ਸ੍ਰਿਸ਼ਟੀ ਵਿਲੈ ਹੋ ਜਾਂਦੀ ਹੈ। ਉਹ ਕੇਵਲ ਬ੍ਰਹਮ ਹੀ ਬ੍ਰਹਮ ਸੁਣਦੇ ਵੇਖਦੇ ਹਨ, ਬ੍ਰਹਮ ਨੂੰ ਹੀ ਆਪਣੇ ਹਿਰਦੇ 'ਚ ਅਨੁਭਵ ਕਰਦੇ ਹਨ। ਜਿਵੇਂ ਰੱਸੀ ਵਿੱਚ ਸੱਪ ਦਿਸਦਾ ਹੈ, ਪਰ ਜਦੋਂ ਰੱਸੀ ਦਾ ਸਰੂਪ ਪਤਾ ਲੱਗ ਜਾਏ ਤੇ ਫਿਰ ਸੱਪ ਆਪਣੇ ਆਪ ਅਲੋਪ ਹੋ ਜਾਂਦਾ ਹੈ। ਇਸੇ ਤਰ੍ਹਾਂ ਬ੍ਰਹਮ ਦੇ ਵਿੱਚ ਸਾਰਾ ਸੰਸਾਰ ਅਧਿਹਸਤ ਦਿਸਦਾ ਹੈ, ਨਜ਼ਰ ਆਉਂਦਾ ਭਰਮ ਕਰਕੇ, ਅਗਿਆਨ ਕਰਕੇ। ਪਰ ਜਦੋਂ ਬ੍ਰਹਮ ਦਾ ਯਥਾਰਥ ਸਵਰੂਪ ਹਿਰਦੇ 'ਚ ਗਿਆਨ ਹੋ ਜਾਏ ਤਾਂ ਉਸ ਵਕਤ ਇਹ ਸਾਰਾ ਸੰਸਾਰ ਆਪਣੇ ਆਪ ਹੀ ਵਿਲੈ ਹੋ ਜਾਂਦਾ, ਇਹਦਾ ਭਾਵ ਹੋ ਜਾਂਦਾ। ਜਦੋਂ ਇਹ ਅਵਸਥਾ ਬਣਦੀ ਹੈ ਉਹਨੂੰ ਗਿਆਨ ਪਰਲੈ ਬੋਲਦੇ ਹਨ। ਗਿਆਨ ਦੀ ਉਹ ਪਰਲੋ ਮਹਾਪੁਰਸ਼ਾਂ ਦੇ ਹਿਰਦਿਆਂ ਵਿੱਚ ਹੁੰਦੀ ਹੈ। ਜਿਵੇਂ ਕਿ ਮੈਂ ਪ੍ਰਾਰੰਭ 'ਚ ਬੇਨਤੀ ਕੀਤੀ ਹੈ, ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਪੁਰਸ਼ ਵਾਕਈ ਐਸੀ ਮਹਾਨ ਗਿਆਨ ਪਰਲੋ ਦੇ ਧਾਰਨੀ ਸਨ। ਤੋ ਇਹ ਗਿਆਨ ਪਰਲੈ ਕਹੀ ਜਾਂਦੀ ਹੈ ਜਦੋਂ ਸਾਰੇ ਜਗਤ ਦਾ, ਸਾਰੇ ਸੰਸਾਰ ਦਾ ਅਭਾਵ ਹੋ ਜਾਂਦਾ ਹੈ। ਮੁਕਤ ਕਾਲ ਅਦਵੈਤ ਅਖੰਡ। ਮੁਕਤੀ ਦਾ ਕਾਲ ਜਿਸ ਦੇ ਵਿੱਚ ਅਦਵੈਤ ਹੈ, ਜੋ ਅਖੰਡ ਨਾ ਖੰਡੇ ਜਾਣ ਵਾਲਾ ਹੈ। ਇੱਕ ਐਸੇ ਰੂਪ ਤਾਹੇ ਪਹਿਚਾਨ। ਇੱਕ ਇਹੋ ਜਿਹਾ ਜਿਹੜਾ ਰੂਪ ਹੈ ਉਸ ਬ੍ਰਹਮ ਦਾ, ਉਸ ਨੂੰ ਪਹਿਚਾਨਣਾ। ਜੋ ਲਗ ਵਿਦਿਆ ਗਿਆਨਨ ਉਪਜੈ। ਕਹਿੰਦੇ ਜਦੋਂ ਤੱਕ ਇਹ ਵਿਦਿਆ, ਇਹ ਗਿਆਨ ਨਹੀਂ ਉਪਜਦਾ, ਕਾਲ ਅਖੰਡ ਵਿਦਿਆ ਮਾਨ। ਉਦੋਂ ਤੱਕ ਫਿਰ ਇਹ ਕਾਲ ਦੇ ਵਿੱਚ, ਖੰਡ ਰੂਪ ਦੇ ਵਿੱਚ, ਅਵਿਦਿਆ ਦੇ ਵਿੱਚ ਜੀਵ ਵਿਚਰਦਾ ਹੈ। ਸੰਚਿਤ ਪਰਾਰਬਧ ਕ੍ਰਿ ਮਾਨਜ। ਸੰਚਿਤ ਕਰਮ, ਪਰਾਲਬਧ ਕਰਮ ਤੇ ਕਿਰਿਆਮਾਨ, ਜਿਹੜੇ ਤਿੰਨ ਪ੍ਰਕਾਰ ਦੇ ਕਰਮ ਹਨ। ਤਿਦਾ ਕਰਮ ਜਾਵਤ ਨਹਿ ਗਿਆਨ। ਕਹਿੰਦੇ ਤਿੰਨੇ ਜਿਹੜੇ ਨੇ ਫਿਰ ਇਹ ਗਿਆਨ ਦੇ ਰਸਤੇ ਵਿੱਚ ਪ੍ਰਤੀਬੰਧ ਬਣ ਜਾਂਦੇ ਨੇ, ਇਹ ਗਿਆਨ ਦੇ ਰਸਤੇ ਦੇ ਵਿੱਚ ਰੁਕਾਵਟ ਬਣ ਜਾਂਦੇ ਹਨ। ਭੂਤ ਭਵਿਖਯਤ ਵਰਤਮਾਨ ਕੋ। ਇਸੇ ਤਰ੍ਹਾਂ ਭੂਤ ਕਾਲ, ਵਰਤਮਾਨ ਤੇ ਭਵਿੱਖ ਜਿਹੜੇ ਤਿੰਨ ਕਾਲ ਹਨ, ਜਦੋਂ ਇਹ ਜੀਵ ਭਾਵ ਕਰਕੇ ਅਵਿਦਿਆ ਵਿੱਚ ਰਹਿੰਦਾ ਹੈ ਉਦੋਂ ਫਿਰ ਇਹ ਜਿਹੜੇ ਤਿੰਨ ਕਾਲ ਨੇ ਇਹ ਵੀ ਇਹਦੇ ਲਈ ਪ੍ਰਤੀਬੰਧ ਬਣਦੇ ਨੇ, ਇਹਦੇ ਗਿਆਨ ਦੇ ਰਸਤੇ 'ਚ ਪ੍ਰਤੀਬੰਧ ਬਣਦੇ ਹਨ। ਇਹ ਪ੍ਰਤਿਬੰਧ ਲਏ ਪਹਿਚਾਨ। ਇਹਨਾਂ ਨੂੰ ਤਿੰਨਾਂ ਨੂੰ ਪ੍ਰਤੀਬੰਧ ਰੂਪ ਕਰਕੇ ਜਾਣ ਲਵੋ, ਪਹਿਚਾਣ ਲਵੋ। ਤ੍ਰਿਗੁਣੀ ਮਾਇਆ ਲੈ ਚੇਤਨ ਮਹਿ। ਕਹਿੰਦੇ ਜਿਹੜੀ ਤਿੰਨਾਂ ਗੁਣਾਂ ਵਾਲੀ ਮਾਇਆ ਜਦੋਂ ਚੇਤਨ ਦੇ ਵਿੱਚ ਲੈ ਹੁੰਦੀ ਹੈ, ਯਾਨੀ ਕਿ ਚੇਤਨ ਦੀ ਸ਼ਕਤੀ ਨੂੰ ਪ੍ਰਾਪਤ ਕਰਦੀ ਹੈ, ਜੀਵ ਸਭ ਭਵ ਗਿਆਨ ਬਿਨ ਜਾਨ। ਉਦੋਂ ਫਿਰ ਜੀਵ ਬਣ ਜਾਂਦਾ ਹੈ। ਜਦੋਂ ਤ੍ਰਿਗੁਣੀ ਚੇਤਨ ਮਾਇਆ ਜਿਹੜੀ ਹੈ ਉਹ ਚੇਤਨ ਦਾ ਪ੍ਰਤੀਬਿੰਬ ਲੈਂਦੀ ਹੈ ਔਰ ਉਹਦੇ ਪ੍ਰਤੀਬਿੰਬ ਦੇ ਸਹਿਤ ਪ੍ਰਤਿਭਾਸ਼ਿਤ ਹੋ ਜਾਂਦੀ ਹੈ, ਫਿਰ ਇਹ ਆਪਣੇ ਹਿਰਦੇ 'ਚ ਜੀਵ ਭਾਵ ਕਰਕੇ ਉਸ ਨੂੰ ਜੀਵ ਜਾਣ ਲੈਂਦਾ ਹੈ।
ਸਤ ਰਜ ਤਮ ਗੁਣ ਤੀਨੋਂ ਤਬ ਲੋ। ਕਹਿੰਦੇ ਫਿਰ ਸਤੋ ਗੁਣ, ਰਜੋ ਗੁਣ, ਤਮੋ ਗੁਣ, ਇਹ ਤਿੰਨੇ ਗੁਣ ਉਦੋਂ ਤੱਕ, ਜਬ ਲੋ ਗਿਆਨ ਨ ਪਇਓ ਮਹਾਨ। ਇਹ ਉਦੋਂ ਤੱਕ ਹੀ ਨੇ ਜਦੋਂ ਤੱਕ ਹਿਰਦੇ 'ਚ ਬ੍ਰਹਮ ਗਿਆਨ ਨਹੀਂ ਉਪਜਦਾ, ਜਦੋਂ ਤੱਕ ਬ੍ਰਹਮ ਦਾ ਸਾਖਸ਼ਾਤਕਾਰ ਨਹੀਂ ਹੁੰਦਾ। ਜਦੋਂ ਬ੍ਰਹਮ ਦਾ ਸਾਖਸ਼ਾਤਕਾਰ ਹੋ ਜਾਏ ਉੱਥੇ ਫਿਰ ਇਹ ਤਿੰਨੇ ਗੁਣ ਵੀ ਜਿਹੜੇ ਨੇ ਚੇਤਨ ਵਿੱਚ ਵਿਲੈ ਹੋ ਜਾਂਦੇ ਨੇ, ਉਹਦੇ ਵਿੱਚ ਹੀ ਮੁੱਕ ਜਾਂਦੇ ਨੇ, ਅਭੇਦ ਹੋ ਜਾਂਦੇ ਹਨ। ਗੁਣ ਕੀ ਪਰਵਰਤ ਤੇ ਰਹਿ ਤਨ, ਭਿੰਨ ਲਖੇ ਨਿਜ ਨਿਰਗੁਣ ਸੋਏ। ਹਾਂਜੀ, ਗੁਣ ਕੀ ਪਰਵਰਤ ਤੇ ਰਹਿ ਤਨ। ਕਹਿੰਦੇ ਜਦੋਂ ਤੱਕ ਗੁਣਾਂ ਦੀ ਪ੍ਰਵਿਰਤੀ ਤੋਂ ਰਹਿਤ ਰਹਿੰਦੇ ਹਨ, ਭਿੰਨ ਲਖੇ ਨਿਜ ਨਿਰਗੁਣ ਸੋਏ। ਗੁਣਾਂ ਤੋਂ ਆਪਣੇ ਆਪ ਨੂੰ ਭਿੰਨ ਕਰਕੇ ਜਾਣੇ ਤੇ ਫਿਰ ਉਹਨੂੰ ਨਿਰਗੁਣ ਕਿਹਾ ਜਾਂਦਾ ਹੈ। ਉਸ ਵਕਤ ਫਿਰ ਉਹ ਨਿਰਗੁਣ ਸਰੂਪ ਹੋ ਜਾਂਦਾ ਹੈ। ਜਬੇ ਤ੍ਰਿਗੁਣ ਵਿੱਚ ਤਨ ਆਪਨ ਪੋ। ਜਦੋਂ ਇਹ ਤਿੰਨਾਂ ਗੁਣਾਂ ਵਿੱਚ ਚੇਤਨ ਭਾਸ ਸਹਿਤ ਹੋ ਕੇ ਉਹਨੂੰ ਆਪਣੇ ਆਪ ਕਰਕੇ ਵੇਖਦਾ ਵੀ ਇਹ ਤਿੰਨਾਂ ਗੁਣਾਂ ਵਿੱਚ ਮੈਂ ਵਰਤ ਰਿਹਾ ਹਾਂ, ਲਖ ਅਗਿਆਨ ਤੇ ਸਰਗੁਣ ਹੋਏ। ਉਸ ਅਗਿਆਨ ਕਰਕੇ ਫਿਰ ਉਸ ਨੂੰ ਸਰਗੁਣ ਕਿਹਾ ਜਾਂਦਾ ਹੈ। ਨਾਸ਼ਵੰਤ ਆਕਾਰ ਪਛਾਨੋ। ਇਹ ਜਿਤਨਾ ਵੀ ਆਕਾਰ ਹੈ ਇਹ ਸਾਰਾ ਨਾਸ਼ਵਾਨ ਹੈ, ਇਹ ਸਾਰੇ ਆਕਾਰ ਦਾ ਨਾਸ਼ ਹੋ ਜਾਣਾ। ਨਿਰਾਕਾਰ ਅਬਨਾਸ਼ੀ ਜੋਏ। ਪਰ ਜਿਹੜਾ ਉਹ ਨਿਰਾਕਾਰ ਜਿਸ ਦਾ ਕੋਈ ਆਕਾਰ ਨਹੀਂ ਉਹ ਅਬਨਾਸੀ ਹੈ, ਉਸ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਇਹ ਜਿਹੜਾ ਆਕਾਰ ਹੈ ਇਹ ਵਿਨਸ ਜਾਂਦਾ ਹੈ, ਜੋ ਨਿਰਾਕਾਰ ਸਰੂਪ ਵਾਹਿਗੁਰੂ ਬ੍ਰਹਮ ਪਰਮੇਸ਼ਵਰ ਹੈ ਉਹ ਅਬਨਾਸੀ ਹੈ। ਕਵ ਸੰਤੋਖ ਸਿੰਧ ਕਹਿ ਸਤਿਗੁਰ ਜੀ। ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਪਦੇਸ਼ ਦਿੱਤਾ ਹੈ, ਸਾਰ ਗ੍ਰਹਿਣ ਬਿਨ ਸਾਰ ਸਖੋਏ। ਕਿ ਜਿਹੜੇ ਸਾਰ ਨੂੰ ਗ੍ਰਹਿਣ ਨਹੀਂ ਕਰਦੇ, ਸਾਰ ਦਾ ਮਤਲਬ ਤੱਤ ਨੂੰ, ਨਿਚੋੜ ਨੂੰ ਗ੍ਰਹਿਣ ਨਹੀਂ ਕਰਦੇ, ਉਹ ਆਪਣਾ ਸਾਰਾ ਨਿਚੋੜ ਤਾਰ ਸੱਤ ਜਿਹੜਾ ਉਹ ਗਵਾ ਬਹਿੰਦੇ ਹਨ। ਜਦੋਂ ਦੁੱਧ ਨੂੰ ਰਿੜਕੀ ਜਾਣਾ ਹੈ, ਉਹਦੇ ਵਿੱਚੋਂ ਮੱਖਣ ਕੱਢਣਾ ਹੀ ਨਹੀਂ ਹੈ, ਫਿਰ ਜਦੋਂ ਉਹਦਾ ਸਾਰ ਨਿਚੋੜਨਾ ਹੀ ਨਹੀਂ ਹੈ ਉਹ ਫਿਰ ਮੁੜ ਕੇ ਉਸੇ ਵਿੱਚ ਹੀ ਮਿਲ ਜਾਂਦਾ ਹੈ। ਕਹਿਣ ਤੋਂ ਭਾਵ ਸਹਿਜ ਮਥੇ ਜੈਸੇ ਤਤ ਨਾ ਜਾਈ। ਸਹਿਜ ਦੁਆਰਾ ਮਥਣਾ ਹੈ ਪਰ ਤਤ ਪ੍ਰਾਪਤ ਕਰਨਾ ਹੈ। ਜੇ ਤਤ ਨੂੰ ਨਹੀਂ ਪ੍ਰਾਪਤ ਕਰਦੇ ਫਿਰ ਉਸ ਤਤ ਨੂੰ ਜੀਵ ਗਵਾ ਬਹਿੰਦਾ ਹੈ। ਜੋ ਪਾਈ ਤਨ ਇੰਦਰ ਮਨ ਪ੍ਰਾਨ ਅਨਾਤਮ। ਸਾਡਾ ਜਿਹੜਾ ਇਹ ਤਨ ਹੈ, ਫਿਰ ਜਿਹੜੀਆਂ ਇੰਦਰੀਆਂ ਨੇ, ਮਨ ਹੈ, ਪ੍ਰਾਣ, ਇਹ ਸਾਰੇ ਅਨਾਤਮ ਨੇ, ਇਹ ਆਤਮ ਚੇਤਨ ਨਹੀਂ ਹਨ। ਕਿਉਂਕਿ ਇਹਨਾਂ ਵਿੱਚ ਤਾਂ ਚੇਤਨਾ ਪ੍ਰਮਾਤਮਾ ਦੀ ਹੈ। ਅਸਲ ਦੇ ਵਿੱਚ ਤਾਂ ਇਹ ਤਨ, ਇੰਦਰੀਆਂ ਤੇ ਫਿਰ ਪ੍ਰਾਣ, ਮਨ, ਇਹ ਅਨਾਤਮ ਨੇ, ਯਾਨੀ ਕਿ ਇਹ ਅਚੇਤ ਹਨ, ਜਾਂ ਜਿਸ ਤਰ੍ਹਾਂ ਕਹਿ ਸਕਦੇ ਆ ਵੀ ਇਹ ਜੜ ਹਨ। ਲਖੋ ਆਕਾਰ ਗਿਆਨ ਸਹਿਤ ਤਮ। ਅਗਿਆਨਤਾ ਦੇ ਸਹਿਤ ਇਹ ਜੀਵ ਇਹਨਾਂ ਚੀਜ਼ਾਂ ਦਾ ਆਕਾਰ ਮੰਨਦਾ, ਤਨ ਤੇ ਇੰਦਰੀਆਂ ਨੂੰ ਆਕਾਰ ਕਰਕੇ ਜਾਣਦਾ, ਅਗਿਆਨ ਕਰਕੇ ਦਿਸਦਾ ਹੈ। ਨਿਰੰਕਾਰ ਸਾਖੀ ਬ੍ਰਹਮਾਵਤ। ਪਰ ਇਸ ਸਰੀਰ ਦੇ ਅੰਦਰ ਜਿਹੜਾ ਬ੍ਰਹਮ ਆਤਮਾ ਹੈ ਉਹ ਨਿਰਾਕਾਰ ਹੈ। ਉਹ ਜੋ ਇਹਦਾ ਸਾਖੀ ਹੈ ਸਰੀਰ ਵਿੱਚ ਰਹਿਣ ਵਾਲਾ, ਆਪਨ ਪੋ ਜਾਣੇ ਜੋ ਅਨਾਤਮ। ਉਹਨੂੰ ਨਹੀਂ ਜਾਣਦਾ ਇਹ ਜੀਵ। ਇਹ ਆਪਣੇ ਆਪ ਨੂੰ ਅਨਾਤਮ ਸਮਝੀ ਬੈਠਾ ਹੈ ਆਤਮਾ, ਪਰ ਅਸੀਂ ਕੀ ਸਮਝਦੇ ਹਾਂ ਵੀ ਆਪਣਾ ਸਰੀਰ ਹੀ ਸਰੀਰ, ਆਪਣਾ ਰੂਪ ਮੰਨੀ ਬੈਠੇ ਆ ਨਾ। ਹੈ ਤਾਂ ਆਤਮਾ ਸਰੂਪ ਪਰ ਅਸੀਂ ਆਪਣੇ ਆਪ ਨੂੰ ਸਰੀਰ ਮੰਨੀ ਬੈਠੇ ਹਾਂ। ਇਹ ਸਾਡੀ ਦਸ਼ਾ ਹੈ ਜੀਵਾਂ ਦੀ। ਸੋਰਠਾ ਚਿਤ ਬ੍ਰਹਮ ਨਿਜ ਲਖਨ ਹੈ, ਸੋ ਆਕਾਰ ਨਿਰੰਕਾਰ ਨਹਿ। ਕਹਿੰਦੇ ਜੋ ਚਿਤ ਬ੍ਰਹਮ ਸਰੂਪ ਹੈ ਉਹਨੂੰ ਇਹ ਜੀਵ ਆਪਣੇ ਅੰਦਰ ਨਹੀਂ ਜਾਣਦਾ। ਜੋ ਨਿਰਾਵਿਕਾਰ ਹੈ ਔਰ ਨਿਰੰਕਾਰ ਹੈ, ਆਕਾਰ ਤੋਂ ਰਹਿਤ ਹੈ ਔਰ ਨਿਰਕਾਰਨ ਹੈ। ਕਿਉਂਕਿ ਇੱਥੇ ਜਿਹੜਾ ਸ਼ਬਦ ਵਰਤਿਆ ਨਾ ਆਕਾਰਨ, ਜਿਹੜਾ ਨੰਨਾ ਸ਼ਬਦ ਆਇਆ ਨਾ, ਨਿਰਾਕਾਰ ਤੋਂ ਪਹਿਲਾਂ ਨੰਨੇ ਨੂੰ ਸਿਆਰੀ, ਇਹ ਦਿੱਲੀ ਦੀਪਕ ਨਿਆਏ ਹੈ। ਪਹਿਲਾਂ ਆਕਾਰ ਨਾਲ ਲੱਗ ਜਾਏਗਾ ਤੇ ਬਣੇਗਾ ਆਕਾਰਨ, ਫਿਰ ਅੱਗੇ ਬਾਅਦ ਵਿੱਚ ਆ ਕੇ ਨਕਾਰ ਨਾਲ ਲੱਗੇਗਾ, ਫਿਰ ਬਣੇਗਾ ਨਿਰੰਕਾਰ, ਨਿਰਾਕਾਰ। ਤੋ ਇਸ ਪ੍ਰਕਾਰ ਨਾਲ ਇਦਾਂ ਇਹਦਾ ਅਰਥ ਜੁੜਦਾ ਹੈ
ਕਿ ਜੋ ਵਾਹਿਗੁਰੂ ਪਰਮੇਸ਼ਰ ਦਾ ਨਾ ਕੋਈ ਆਕਾਰ ਹੈ ਤੇ ਨਾ ਹੀ ਉਹਦਾ ਕੋਈ ਕਾਰਨ ਹੈ ਜਿਹਦੇ ਤੋਂ ਪੈਦਾ ਹੋਇਆ, ਕਿਉਂਕਿ ਉਹ ਅਕਾਰਨ ਵੀ ਹੈ। ਉਹਨੂੰ ਇਹ ਜੀਵ ਆਪਣੇ ਹਿਰਦੇ 'ਚ ਨਹੀਂ ਜਾਣਦਾ ਜੋ ਚੇਤਨ ਹੈ ਔਰ ਸਾਰਿਆਂ ਵਿੱਚ ਵਿਆਪਕ ਹੈ। ਕਿਉ ਆਪਨਪ ਨਾਹੀਂ ਬਿਸਰ ਪਰਿਓ ਜੋ ਆਪ ਹੀ। ਕਹਿੰਦੇ ਉਹਨੂੰ ਆਪਣਾ ਆਪ ਨਹੀਂ ਕੀਤਾ ਇਸ ਜੀਵ ਨੇ, ਜੋ ਆਪਣਾ ਹੈ ਉਹਨੂੰ ਆਪਣਾ ਜਾਣਿਆ ਹੀ ਨਹੀਂ। ਇਸੇ ਕਰਕੇ ਇਹਨੂੰ ਆਪਣਾ ਸਵਰੂਪ ਵਿਸਰਿਆ ਹੋਇਆ ਔਰ ਇਹ ਜੀਵ ਭੁੱਲਾਂ ਭਰਮਾਂ ਦੇ ਵਿੱਚ ਪਿਆ ਹੋਇਆ ਭਟਕ ਰਿਹਾ ਹੈ, ਕਿਉਂਕਿ ਆਪਣੇ ਵਾਸਤਵਿਕ ਸਵਰੂਪ ਤੋਂ ਖੁੰਝਿਆ ਹੋਇਆ, ਆਪਣੇ ਨਿਜ ਸਰੂਪ ਨੂੰ ਇਸ ਨੇ ਜਾਣਿਆ ਨਹੀਂ। ਇਸੇ ਕਰਕੇ ਇਹੋ ਜੀ ਦਸ਼ਾ ਨੂੰ ਇਹ ਜੀਵ ਪ੍ਰਾਪਤ ਹੈ। ਅਗਲਾ ਅਧਿਆਇ ਪ੍ਰਾਰੰਭ ਹੁੰਦਾ ਹੈ ਜਿਸ ਵਿੱਚ ਦੱਸਣ ਲੱਗੇ ਨੇ ਗੁਰੂ ਦੀ ਪਦਵੀ ਕੀ ਹੈ, ਸਿੱਖ ਕਿਹੋ ਜਿਹਾ ਹੁੰਦਾ ਹੈ, ਆਸ਼ਰਮ ਕੀ ਨੇ, ਅਧਰਮ ਕੀ ਹੈ, ਧਰਮ ਕੀ ਹੈ, ਇਸੇ ਤਰ੍ਹਾਂ ਮਰਨਾ ਕੀ ਹੈ, ਜੰਮਣਾ ਕੀ ਹੈ, ਉਹ ਸਾਰੀਆਂ ਚੀਜ਼ਾਂ ਭਾਈ ਦਇਆ ਸਿੰਘ ਜੀ ਦੱਸ ਰਹੇ ਨੇ। ਪਹਿਲਾਂ ਗੁਰੂ ਬਾਰੇ ਦੱਸਦੇ ਨੇ, ਸੁਣੀਏ ਜੀ। ਦੋਹਰਾ ਈਸ਼ਰ ਮੂਰਤ ਗਿਆਨ ਕੀ ਸਿੱਖ ਸੰਸਾਰ ਤੇ ਪਾਰ। ਈਸ਼ਰ ਮੂਰਤ ਗਿਆਨ ਕੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਕੌਣ ਨੇ? ਈਸ਼ਵਰ ਦੀ ਔਰ ਗਿਆਨ ਦੀ ਮੂਰਤ ਨੇ ਗੁਰੂ ਜੀ, ਜੋ ਈਸ਼ਵਰ ਦਾ ਸਵਰੂਪ ਨੇ, ਕਿਉਂਕਿ ਈਸ਼ਵਰ ਵੀ ਮਾਇਆ ਸਬਲ ਹੈ ਤੇ ਗੁਰੂ ਵੀ ਮਾਇਆ ਸਬਲ ਹੈ। ਈਸ਼ਵਰ ਹੀ ਗੁਰੂ ਹੈ। ਤਦੇ ਮਹਾਰਾਜ ਜੀ ਨੇ ਕਿਹਾ ਨਾ, ਗੁਰ ਈਸ਼ਰ। ਈਸ਼ਵਰ ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ, ਸਾਰੇ ਸੰਸਾਰ ਨੂੰ ਬਣਾਉਂਦਾ, ਉਹਨੂੰ ਕਹਿੰਦੇ ਨੇ ਈਸ਼ਵਰ। ਗੁਰੂ ਪਾਤਸ਼ਾਹ ਜੀ ਈਸ਼ਵਰ ਹਨ। ਫਿਰ ਗੁਰੂ ਪਾਤਸ਼ਾਹ ਜਿੱਥੇ ਈਸ਼ਵਰ ਦੀ ਮੂਰਤ ਨੇ, ਉੱਥੇ ਗੁਰੂ ਪਾਤਸ਼ਾਹ ਜੀ ਗਿਆਨ ਦੀ ਵੀ ਮੂਰਤ ਨੇ, ਕਿਉਂਕਿ ਗੁਰੂ ਹੁੰਦਾ ਹੀ ਉਹ ਹੈ ਜਿਹੜਾ ਗਿਆਨ ਦੇਵੇ। ਅਗਿਆਨ ਦੀ ਨਿਰਵਿਰਤੀ ਔਰ ਗਿਆਨ ਪ੍ਰਾਪਤ ਕਰਾਵੇ, ਉਹ ਗੁਰੂ ਹੈ। ਗੋਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਆ ਜਨ ਚਿਤ। ਹਨੇਰੇ ਨੂੰ ਦੂਰ ਕਰਕੇ ਹਿਰਦੇ 'ਚ ਗਿਆਨ ਦਾ ਚਾਨਣਾ ਕਰੇ, ਉਹ ਗੁਰੂ ਹੈ। ਤੋ ਸਤਿਗੁਰੂ ਜੀ ਗਿਆਨ ਦੀ ਮੂਰਤ ਵੀ ਨੇ। ਇਸ ਕਰਕੇ ਆਪਣੇ ਸਿੱਖਾਂ ਦਾ ਇਹ ਸੰਸਾਰ ਤੋਂ ਸਤਿਗੁਰੂ ਜੀ ਪਾਰ ਉਤਾਰਾ ਕਰਦੇ ਹਨ। ਸਿੱਖ ਸੰਸਾਰ ਤੇ ਪਾਰ, ਆਪਣੇ ਸਿੱਖਾਂ ਨੂੰ ਸੰਸਾਰ ਤੋਂ ਪਾਰ ਉਤਾਰਾ ਕਰਦੇ ਹਨ। ਸੋ ਸਤਿਗੁਰ ਉਤਮ ਅਦਿਕ। ਐਸੇ ਸਤਿਗੁਰੂ ਜੀ ਅਦਿਕ ਉੱਤਮ ਨੇ, ਜੋ ਈਸ਼ਵਰ ਔਰ ਗਿਆਨ ਦੀ ਮੂਰਤ ਨੇ। ਐਸੇ ਸਤਿਗੁਰੂ ਜੀ ਸਭ ਤੋਂ ਸਰਵੋਤਮ ਤੇ ਉੱਤਮ ਹਨ। ਇਤਰ ਗੁਰੂ ਵਿਵਹਾਰ। ਔਰ ਇਹੋ ਜਿਹੇ ਗੁਰੂ ਤੋਂ ਇਲਾਵਾ ਸੰਸਾਰ ਦੇ ਹੋਰ ਗੁਰੂ ਵੀ ਹੁੰਦੇ ਨੇ। ਤੁਸੀਂ ਆਖੋਗੇ ਹੋਰ ਗੁਰੂ, ਹਿੰਦੁਸਤਾਨ ਦੀ ਧਰਤੀ ਤੇ ਕਿਸੇ ਨੂੰ ਉਸਤਾਦ ਨੂੰ ਵੀ ਗੁਰੂ ਕਿਹਾ ਜਾਂਦਾ। ਜਿਹਦੇ ਕੋਲੋਂ ਵਿਦਿਆ ਲੈਣੀ ਹੈ ਉਹਨੂੰ ਗੁਰੂ ਕਹਿ ਦਿੰਦੇ ਆ, ਜਿਹਦੇ ਕੋਲੋਂ ਕੋਈ ਗੁਣ ਸਿੱਖਣਾ ਉਹਨੂੰ ਗੁਰੂ ਕਹਿ ਦਿੰਦੇ ਆ। ਤਬਲਾ ਸਿਖਾਉਣ ਵਾਲਿਆਂ ਨੂੰ, ਜਿਹੜੇ ਤਬਲੇ ਦੀ ਵਿਦਿਆ ਦਿੰਦੇ ਆ, ਅੱਗੋਂ ਸਿੱਖਣ ਵਾਲੇ, ਉਹਨਾਂ ਨੂੰ ਆਪਣਾ ਗੁਰੂ ਕਹਿ ਦਿੰਦੇ ਆ। ਕੋਈ ਸੰਗੀਤ ਸਿੱਖਦਾ, ਉਹ ਜਿਹਦੇ ਕੋਲੋਂ ਸਿੱਖਦਾ ਉਹਨੂੰ ਅੱਗੇ ਉਸਤਾਦ ਨੂੰ ਵੀ ਗੁਰੂ ਕਹਿ ਦਿੰਦੇ। ਏਦਾਂ ਹਿੰਦੁਸਤਾਨ ਦੀ ਇਹ ਪ੍ਰਕਿਰਤੀ। ਭਾਈ ਦਇਆ ਸਿੰਘ ਜੀ ਕਹਿੰਦੇ ਗੁਰੂ ਈਸ਼ਵਰ ਦੀ ਪ੍ਰਤੱਖ ਮੂਰਤ ਹਨ ਔਰ ਉਹ ਗੁਰੂ ਉੱਤਮ ਨੇ। ਬਾਕੀ ਗੁਰੂ ਹੋਰ ਵੀ ਕਹੇ ਜਾਂਦੇ ਨੇ ਸੰਸਾਰ 'ਚ, ਜਿਹੜੇ ਕਿਸੇ ਨੂੰ ਹੁਨਰ ਸਿਖਾਉਂਦੇ ਨੇ, ਗੁਣ ਸਿਖਾਉਂਦੇ ਨੇ, ਉਹ ਵਿਵਹਾਰਕ ਗੁਰੂ ਹਨ। ਉਹ ਕੇਵਲ ਸੰਸਾਰ ਦੇ ਵਿਵਹਾਰ ਨੂੰ ਚਲਾਉਣ ਵਾਲੇ ਨੇ, ਉਹ ਗੁਰੂ ਸਦਾਉਂਦੇ ਨੇ। ਪਰ ਉੱਤਮ ਗੁਰੂ ਉਹ ਹੈ ਜਿਹੜਾ ਗਿਆਨ ਦੇ ਵਿੱਚ ਪਰਪੱਕ ਹੈ, ਗਿਆਨ ਦੀ ਮੂਰਤ ਹੈ ਔਰ ਖੁਦ ਈਸ਼ਵਰ ਅਕਾਲ ਪੁਰਖ ਦਾ ਸਵਰੂਪ ਨੇ। ਉਹ ਗੁਰੂ ਉੱਤਮ ਨੇ। ਔਰ ਉਹ ਉੱਤਮ ਗੁਰੂ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਚੌਪਾਈ। ਸਿੱਖ ਸਿੱਖ ਬਵੇਕ ਵਿਰਾਗਮ ਮੁਖਤਾ ਤੀਨ। ਹੁਣ ਸਿੱਖ ਦਾ ਸਵਰੂਪ ਦੱਸਦੇ ਆ ਵੀ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਜਿੰਨਾ ਮਰਜੀ ਪੂਰਨ ਹੋਵੇ, ਪਰ ਸਿੱਖ ਦੀ ਵੀ ਤਾਂ ਪਰਿਭਾਸ਼ਾ ਹੋਣੀ ਚਾਹੀਦੀ ਹੈ ਨਾ। ਤੇ ਫਿਰ ਜਦੋਂ ਸਾਚਾ ਸਤਿਗੁਰੂ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਜੇ ਸਿੱਖ 'ਚ ਊਣਤਾ ਹੀ ਹੋਵੇ ਫਿਰ ਗੱਲ ਵੀ ਨਹੀਂ ਨਾ ਬਣਦੀ।
ਇਸ ਕਰਕੇ ਸਿੱਖ ਦੀਆਂ ਵੀ ਜਿਹੜੀਆਂ ਵਿਧੀਆਂ ਨੇ, ਵਿਧਾਨ ਨੇ, ਉਹ ਪੂਰੇ ਹੋਣੇ ਚਾਹੀਦੇ ਨੇ। ਸਿੱਖ ਕੌਣ ਹੈ ਦੱਸਦੇ ਨੇ, ਵਿਵੇਕ ਵੈਰਾਗ ਮਮੁਖਤਾ ਤੀਨ। ਸਿੱਖ 'ਚ ਪਹਿਲਾਂ ਇਹ ਚਾਰ ਚੀਜ਼ਾਂ ਹੋਣੀਆਂ ਜ਼ਰੂਰੀ ਨੇ, ਤਦੇ ਉਹਨੂੰ ਅਧਿਕਾਰੀ ਕਿਹਾ ਜਾ ਸਕਦਾ, ਸਿੱਖ ਕਿਹਾ ਜਾ ਸਕਦਾ। ਚਾਰ ਚੀਜ਼ਾਂ ਕਿਹੜੀਆਂ? ਪਹਿਲਾ ਵਿਵੇਕ, ਸਿੱਖ ਅੰਦਰ ਵਿਚਾਰ ਸ਼ਕਤੀ ਹੋਣੀ ਚਾਹੀਦੀ। ਵਿਵੇਕ ਦਾ ਮਤਲਬ ਹੁੰਦਾ ਸੱਚ ਝੂਠ ਦਾ ਨਿਰਣਾ ਕਰਨ ਵਾਲੀ ਬਿਰਤੀ। ਦੂਸਰਾ ਹੈ ਸਿੱਖ ਦੇ ਹਿਰਦੇ 'ਚ ਵੈਰਾਗ ਹੋਣਾ ਚਾਹੀਦਾ। ਵੈਰਾਗ ਮਤਲਬ ਨਿਰਚਾਵਾਨ ਹੋਣਾ, ਕਿਸੇ ਪਦਾਰਥ ਦੀ ਪਕੜ ਨਾ ਹੋਣੀ, ਉਹਨੂੰ ਉਹ ਸਿੱਖ ਦੀ ਬਿਰਤੀ। ਫਿਰ ਹੈ ਮਮੁਖਤਾ ਤਿੰਨ ਤਾਂ ਪਹਿਲਾਂ ਇਹ ਹੋ ਗਏ। ਮਮੁਖਤਾ ਦਾ ਮਤਲਬ ਹੁੰਦਾ ਹੈ ਮੁਕਤੀ ਦੀ ਇੱਛਾ ਰੱਖਦਾ ਹੋਵੇ, ਜਿਹੜਾ ਮੁਕਤ ਹੋਣ ਦੀ ਇੱਛਾ ਰੱਖਦਾ, ਜਿਹਦੇ ਅੰਦਰ ਇੱਛਾ ਹੈ ਕਿ ਮਹਾਰਾਜ ਮੇਰਾ ਜਨਮ ਮਰਨ ਕੱਟ ਦਿਓ, ਮੈਂ ਜਨਮ ਮਰਨ ਤੋਂ ਮੁਕਤ ਹੋ ਜਾਵਾਂ। ਇਹ ਪਹਿਲੇ ਤਿੰਨ ਨੇ। ਫਿਰ ਹੁਣ ਚੌਥਾ ਦੱਸਦੇ ਹਨ, ਖਟਤਾ ਚਤੁਰਥ ਸਮਦਮ ਚੀਨ। ਕਹਿੰਦੇ ਫੇਰ ਅੱਗੇ ਖੱਟ ਸੰਪਤੀ ਹੋਣੀ ਚਾਹੀਦੀ ਹੈ ਸਿੱਖ ਵਿੱਚ। ਚਾਰ ਗੁਣ ਦੱਸੇ ਨੇ ਨਾ, ਵਿਵੇਕ, ਵੈਰਾਗ, ਮਮੁਖਤਾ ਤੇ ਖੱਟ ਸੰਪਤੀ। ਹੁਣ ਇਹ ਖੱਟ ਸੰਪਤੀ ਦਾ ਮਤਲਬ ਸੰਸਕ੍ਰਿਤ 'ਚ ਖੱਟ ਕਹਿੰਦੇ ਨੇ 6 ਨੂੰ। 6 ਗੁਣਾਂ ਦਾ ਇਕੱਠਾ ਸਮੁਦਾਇ, ਉਹਨੂੰ ਕਹਿ ਦਿੰਦੇ ਨੇ ਖੱਟ ਸੰਪਤੀ। ਹੁਣ ਇਹ ਖੱਟ ਸੰਪਤੀ ਕੀ ਹੈ? ਉਹਦੇ ਵਿੱਚੋਂ ਦੱਸਦੇ ਨੇ ਵੀ ਖੱਟ ਸੰਪਤੀ 6 ਪ੍ਰਕਾਰ ਦੀ ਹੈ। ਉਹਦੇ ਵਿੱਚ ਪਹਿਲਾ ਹੈ ਸਮ, ਦੂਸਰਾ ਹੈ ਦਮ, ਇਸੇ ਤਰ੍ਹਾਂ ਤੀਸਰਾ ਹੈ ਉਪਰਤੀ, ਜਿਸ ਨੂੰ ਉਪਰਾਮ ਵੀ ਕਹਿੰਦੇ ਹਨ। ਉਪਰਤ ਤਤਖਿਆ ਸ਼ਰਧਾ ਕਰੈ। ਕਹਿੰਦੇ ਫਿਰ ਉਪਰਾਮਤਾ, ਚੌਥੀ ਤਤਿਕਸ਼ਾ, ਪੰਜਵਾਂ ਸ਼ਰਧਾ। ਸਿੱਖ ਵਿੱਚ ਸ਼ਰਧਾ ਵੀ ਹੋਣੀ ਚਾਹੀਦੀ ਹੈ। ਹੁਣ ਇਹ ਸਮ ਕੀ ਹੈ, ਦਮ ਕੀ ਹੈ, ਉਪਰਤੀ ਕੀ ਹੈ, ਤਤਿਕਸ਼ਾ, ਇਹ ਅੱਗੇ ਜਾ ਕੇ ਕਥਾ ਆਵੇਗੀ, ਫਿਰ ਪਤਾ ਲੱਗ ਜਾਏਗਾ ਵੀ ਇਹ 6 ਗੁਣ ਕਿਹੜੇ ਹੋਣੇ ਚਾਹੀਦੇ ਨੇ ਸਿੱਖ 'ਚ। ਤੋ ਇਸੇ ਤਰ੍ਹਾਂ ਉਪਰਾਮਤਾ, ਤਤਿਕਸ਼ਾ ਤੇ ਸ਼ਰਧਾ। ਹਾਂਜੀ, ਸਮਾਧਾਨ ਚਤੁਸ਼ਟੈ ਤਰੇ। ਫਿਰ ਸਮਾਧਾਨ, ਯਾਨੀ ਕਿ ਕੁੱਲ ਗਿਣਤੀ ਹੋ ਗਈ 6। ਦੁਬਾਰਾ ਗਿਣਤੀ ਕਰੀਏ, ਪਹਿਲਾ ਸਮ, ਦੂਸਰਾ ਦਮ ਹੈ, ਤੀਸਰਾ ਉਪਰਾਮਤਾ ਹੈ, ਚੌਥੀ ਤਤਿਕਸ਼ਾ ਹੈ, ਪੰਜਵੀਂ ਸ਼ਰਧਾ ਹੈ, 6ਵਾਂ ਸਮਾਧਾਨ ਹੈ। ਇਹ ਖੱਟ ਸੰਪਤੀ ਹੋ ਗਈ, ਯਾਨੀ ਕਿ 4 ਚੀਜ਼ਾਂ ਹੋ ਗਈਆਂ। 6ਾਂ ਦੀ ਇੱਕੋ ਹੀ ਬਣਦੀ ਹੈ, ਗਿਣਤੀ ਵਿੱਚ 6 ਨੇ ਪਰ ਹੈਣ ਇੱਕੋ ਹੀ। ਇਸੇ ਤਰ੍ਹਾਂ ਫਿਰ ਇਹ 4 ਗੁਣ ਬਣ ਜਾਂਦੇ ਨੇ ਜਿਹੜੇ ਸਿੱਖ 'ਚ ਹੋਣੇ ਚਾਹੀਦੇ ਨੇ, ਵਿਵੇਕ, ਵੈਰਾਗ, ਮਮੁਖਤਾ ਤੇ ਫਿਰ ਖੱਟ ਸੰਪਤੀ। ਹਾਂਜੀ, ਜਿਨ੍ਹਾਂ ਵਿੱਚ ਇਹ 4 ਗੁਣ ਨੇ ਉਹ ਸਿੱਖ ਹਨ। ਹੁਣ ਇਹ ਅਸੀਂ ਵੇਖਣਾ ਵੀ ਸਾਡੇ 'ਚ 4 ਗੁਣ ਹੈਣ। ਅੱਗੇ ਕਥਾ ਆਵੇਗੀ ਵੀ ਵਿਵੇਕ ਕੀ ਹੈ, ਵੈਰਾਗ ਕੀ ਹੈ, ਮਮੁਖਤਾ ਕੀ ਹੈ, ਖੱਟ ਸੰਪਤੀ ਕੀ ਹੈ, ਉਹ ਵੀ ਕਥਾ ਖੁੱਲਣੀ ਅੱਗੇ ਜਾ ਕੇ ਵੀ ਇਹ ਜਿਹੜੇ 4 ਦੱਸੇ ਨੇ ਹੈਣ ਕੀ। ਤੋ ਜਿਹਦੇ ਵਿੱਚ 4 ਹਨ ਉਹ ਸਿੱਖ ਹੈ। ਹਾਂਜੀ, ਸਿੱਖ ਸੋਈ ਲਖ ਲੈ ਕਲਿਆਣ। ਉਹੀ ਸਿੱਖ ਜਾਣ ਲਵੇ ਵੀ ਉਹਦੀ ਕਲਿਆਣ ਹੁੰਦੀ ਹੈ। ਜਿਹਦੇ 'ਚ 4 ਗੁਣ ਹੋਣਗੇ ਉਸੇ ਦੀ ਬੰਦ ਖਲਾਸੀ ਹੁੰਦੀ ਹੈ। ਅਪਰ ਦੇਹ ਪੋਖਣ ਕੇ ਜਾਨ। ਤੇ ਜਿਨ੍ਹਾਂ ਵਿੱਚ 4 ਗੁਣ ਨਾ ਹੋਣ ਉਹ ਤਾਂ ਬਸ ਆਪਣੇ ਸਰੀਰ ਨੂੰ ਪਾਲਣ ਵਾਲੇ ਧੰਦੇ ਦੇ ਸਿੱਖ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ 'ਚ 4 ਗੁਣ ਨੇ ਉਹ ਤਾਂ ਸਿੱਖ ਨੇ, ਉਹਨਾਂ ਦੀ ਕਲਿਆਣ ਵੀ ਹੋਣੀ ਹੈ। ਤੇ ਜਿਹੜੇ ਇਹਨਾਂ 4 ਗੁਣਾਂ ਤੋਂ ਰਹਿਤ ਨੇ ਬਸ ਉਹ ਸਰੀਰ ਪਾਲਣ ਵਾਲੇ ਨੇ, ਵੀ ਕਿਉਂਕਿ ਤਨ ਨਾਲ ਜੁੜੇ ਨੇ ਤੇ ਫਿਰ ਤਨ ਨੂੰ ਹੀ ਪਾਲਣਾ ਉਹਨਾਂ ਨੇ। ਭਰਨ ਪੋਖਣ ਸੰਗ ਔਦ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਉਹ ਫਿਰ ਆਪਣੀ ਕਾਇਆ ਨੂੰ ਭਰਨ ਪੋਖਣ ਦੇ ਵਿੱਚ ਹੀ ਆਪਣਾ ਸਮਾਂ ਬਤੀਤ ਕਰਦੇ ਨੇ। ਉਹਨਾਂ ਦਾ ਜੀਵਨ ਸਫਲ ਨਹੀਂ ਹੁੰਦਾ, ਉਹਨਾਂ ਨੂੰ ਕਲਿਆਣ ਦੀ ਪ੍ਰਾਪਤੀ ਨਹੀਂ ਹੁੰਦੀ। ਉਪਦੇਸ਼। ਹੁਣ ਉਪਦੇਸ਼ ਕੀ ਹੈ? ਗੁਰੂ ਸਾਹਿਬ ਉਪਦੇਸ਼ ਦਿੰਦੇ ਆ ਨਾ। ਉਪਦੇਸ਼ ਕਿਹੋ ਜਿਹਾ ਹੋਣਾ ਚਾਹੀਦਾ, ਉਪਦੇਸ਼ ਕੈਸਾ ਹੋਣਾ ਚਾਹੀਦਾ, ਉਹਦੇ ਬਾਰੇ ਵੀ ਵਿਚਾਰ ਹੈ।
ਐਸਾ ਉਪਦੇਸ਼ ਨਹੀਂ ਜਿਹੜਾ ਸਮਾਜ ਨੂੰ ਵੰਡਦਾ ਹੋਵੇ। ਐਸਾ ਉਪਦੇਸ਼ ਨਹੀਂ ਹੋਣਾ ਚਾਹੀਦਾ ਜਿਹੜਾ ਪਦਾਰਥਾਂ ਨਾਲ ਜੋੜਦਾ ਹੋਵੇ। ਉਪਦੇਸ਼ ਕੀ ਹੈ ਹੁਣ ਉਹਦੇ ਬਾਰੇ ਦੱਸਦੇ ਸੁਣੀਏ ਜੀ। ਹੋਏ ਵਿਚਾਰ ਆਤਮਾ ਨਾਤਮ। ਕਹਿੰਦੇ ਜਿਸ ਵਿੱਚ ਵਿਚਾਰ ਹੋਵੇ ਆਤਮਾ ਦੀ, ਉਹ ਉਪਦੇਸ਼ ਹੁੰਦਾ। ਜਿਸ ਉਪਦੇਸ਼ ਵਿੱਚ ਆਤਮਾ ਦੀ ਵਿਚਾਰ ਹੁੰਦੀ ਹੋਵੇ ਕਿ ਆਤਮ ਹੀ ਚੇਤਨ ਸਵਰੂਪ ਹੈ, ਆਤਮਾ ਹੀ ਸਾਰਿਆਂ ਵਿੱਚ ਵਿਆਪਕ ਹੈ। ਕਹਿੰਦੇ ਇਹ ਜਿਹੜਾ ਉਪਦੇਸ਼ ਹੈ ਗਿਆਨ ਸਰੂਪ ਪਾਏ ਔਰ ਹਾਤਮ। ਇਹਦਾ ਗਿਆਨ ਪ੍ਰਾਪਤ ਕਰਕੇ ਹਿਰਦੇ ਵਿੱਚ ਜਿਹੜੀ ਅਹੰਗ ਆਤਮਾ ਦੀ ਬਿਰਤੀ ਹੈ, ਅਹੰਗਤਾ ਮਮਤਾ ਦੀ ਬਿਰਤੀ ਹੈ, ਉਹਦਾ ਨਾਸ਼ ਹੋ ਜਾਂਦਾ ਹੈ ਜਦੋਂ ਐਸਾ ਉਪਦੇਸ਼ ਸਿੱਖ ਸੁਣਦਾ ਹੈ। ਸਿੱਖ ਕੇ ਨਾਸ਼ੇ ਬੰਧ ਕਲੇਸ਼। ਉਪਦੇਸ਼ ਉਹ ਹੈ ਜਿਹੜਾ ਸਿੱਖ ਦੇ ਬੰਧਨ ਕੱਟਦਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਸਿੱਖ ਕੇ ਬੰਧਨ ਕੱਟ। ਸਤਿਗੁਰੂ ਜੀ ਸਿੱਖ ਦੇ ਬੰਧਨ ਕਿਵੇਂ ਕੱਟਦੇ ਆ? ਕੋਈ ਆਖੇ ਵੀ ਬਾਹਰ ਬੇੜੀਆਂ ਪਾਈਆਂ ਨੇ ਇਹੀ ਕੱਟਦੇ ਨੇ, ਉਹ ਵੀ ਕੱਟ ਦਿੰਦੇ ਆ ਸਤਿਗੁਰੂ ਸਮਰੱਥ ਨੇ। ਪਰ ਅਸਲ ਵਿੱਚ ਸਿੱਖ ਦਾ ਬੰਧਨ ਕੀ ਹੈ? ਜਿਹੜਾ ਪਿੱਛੇ ਦੱਸਿਆ ਸੀ ਨਾ, ਜਦੋਂ 15 ਸਵਾਲ ਪੁੱਛੇ ਸੀ, ਉੱਥੇ ਸਿੰਘਾਂ ਨੇ ਪੁੱਛਿਆ ਸੀ ਭਾਈ ਦਇਆ ਸਿੰਘ ਜੀ ਬੰਧਨ ਕੀ ਹੁੰਦਾ ਹੈ? ਤਾਂ ਉਹਨਾਂ ਆਖਿਆ ਸਰੀਰ ਨੂੰ ਆਪਣਾ ਰੂਪ ਕਰਕੇ ਜਾਣਨਾ, ਇੰਦਰੀਆਂ ਨੂੰ ਆਪਣਾ ਰੂਪ ਕਰਕੇ ਜਾਣਨਾ, ਪ੍ਰਾਣਾਂ ਨੂੰ ਆਪਣਾ ਰੂਪ ਕਰਕੇ ਜਾਣਨਾ, ਬਸ ਇਹੀ ਬੰਧਨ ਹੈ। ਤੇ ਮੁਕਤੀ ਕੀ ਹੈ? ਜਦੋਂ ਗੁਰੂ ਸਾਹਿਬ ਉਪਦੇਸ਼ ਦੇਣ ਕਿ ਤੂੰ ਸਰੀਰ ਨਹੀਂ, ਤੂੰ ਇੰਦਰੀਆਂ ਨਹੀਂ, ਤੂੰ ਪ੍ਰਾਣ ਨਹੀਂ, ਤੂੰ ਆਤਮਾ ਹੈ, ਚੇਤਨ ਹੈ। ਜਦੋਂ ਐਸਾ ਉਪਦੇਸ਼ ਸਿੱਖ ਸੁਣ ਕੇ ਹਿਰਦੇ 'ਚ ਦ੍ਰਿੜ ਕਰਦਾ ਤਾਂ ਫਿਰ ਉਹਦਾ ਇਹ ਬੰਧਨ ਕੱਟਿਆ ਜਾਂਦਾ ਹੈ। ਤੋ ਇਸ ਪ੍ਰਕਾਰ ਨਾਲ ਐਸਾ ਉਪਦੇਸ਼ ਕਹਿੰਦੇ ਉਸ ਨੂੰ ਨੇ ਜੋ ਬੰਧਨ ਦੀ ਨਿਰਵਿਰਤੀ ਕਰਦਾ, ਬੰਧਨ ਨੂੰ ਕੱਟਦਾ ਹੈ। ਤਿਸ ਕੋ ਨਾਮ ਪਣੈ ਉਪਦੇਸ਼। ਇਸ ਨੂੰ ਉਪਦੇਸ਼ ਕਿਹਾ ਜਾਂਦਾ ਹੈ। ਦਿਖਿਆ ਹੁਣ ਦਿਖਿਆ ਕੀ ਹੈ ਉਹ ਸੁਣੋ। ਬਿਮਲ ਗਿਆਨ ਦੇ ਗੁਰ ਪਵਹਾਨਾ। ਕਿਉਂਕਿ ਜਦੋਂ ਗੁਰੂ ਸਿੱਖ ਬਣਾਉਂਦਾ ਤੇ ਸਿੱਖ ਨੂੰ ਦਿਖਿਆ ਦਿੰਦਾ। ਜਿਵੇਂ ਪੰਜ ਪਿਆਰੇ ਸਾਨੂੰ ਖੰਡੇ ਦੀ ਪੌਲ ਛਕਾਉਂਦੇ ਆ ਤੇ ਦਿਖਿਆ ਨਹੀਂ ਦਿੰਦੇ ਵੀ ਅੱਜ ਤੋਂ ਬਾਅਦ ਆਹ ਕੰਮ ਕਰਨੇ ਨੇ, ਆਹ ਨਹੀਂ ਕਰਨੇ। ਕਹਿੰਦੇ ਗੁਰੂ ਆਪਣੇ ਸਿੱਖ ਨੂੰ ਦਿਕਸ਼ਾ ਕੀ ਦਿੰਦਾ ਹੈ? ਦਿਖਿਆ ਉਹ ਸੁਣੀਏ, ਦੁਬਾਰਾ ਪੜੋ ਜੀ। ਬਿਮਲ ਗਿਆਨ ਦੇ ਗੁਰ ਪਵਹਾਨਾ। ਬਿਮਲ ਗਿਆਨ ਦੇ ਕੇ, ਬਿਮਲ ਯਾਨੀ ਕਿ ਜਿਸ ਵਿੱਚ ਕਿਸੇ ਪ੍ਰਕਾਰ ਦੀ ਮੈਲ ਨਹੀਂ, ਐਸਾ ਗਿਆਨ। ਕਿਉਂਕਿ ਦੁਨੀਆ ਦੇ ਗਿਆਨ ਵਿੱਚ ਮੈਲ ਵੀ ਹੁੰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਸ ਵਿੱਚ ਕੀ ਸਾਡੇ ਹੰਕਾਰ ਦੀ ਮੈਲ ਮਿਲੀ ਹੁੰਦੀ ਵੀ ਮੈਂ ਇਹ ਗਿਆਨ ਹਾਸਲ ਕੀਤਾ। ਉਹਦੇ ਵਿੱਚ ਲੋਕਾਂ ਦੀ ਚਤਰਾਈ ਮਿਲੀ ਹੁੰਦੀ ਹੈ। ਉਸ ਗਿਆਨ 'ਚ ਨਾ ਲੋਕਾਂ ਦੀ ਚਲਾਕੀ ਮਿਲੀ ਹੁੰਦੀ ਹੈ। ਉਹ ਮੈਲਾ ਗਿਆਨ ਹੁੰਦਾ। ਮੈਲਾ ਗਿਆਨ ਹੁੰਦਾ ਉਹ ਜਿਹੜਾ ਲੋਕਾਂ ਨੂੰ ਵੰਡਦਾ ਹੋਵੇ। ਮੈਲਾ ਗਿਆਨ ਹੁੰਦਾ ਉਹ ਜਿਹੜਾ ਲੋਕਾਂ ਨੂੰ ਧੜੇ ਬੰਦੀਆਂ ਵਿੱਚ ਵੰਡਦਾ ਹੋਵੇ। ਹੁੰਦਾ ਗਿਆਨ ਹੀ ਹੈ ਪਰ ਉਹ ਮੈਲਾ ਹੈ। ਗੁਰੂ ਪਾਤਸ਼ਾਹ ਜੀ ਆਪਣੇ ਸੇਵਕ ਨੂੰ ਨਿਰਮਲ ਗਿਆਨ ਬਖਸ਼ਦੇ ਨੇ। ਨਿਰਮਲ, ਇਤਨਾ ਨਿਰਮਲ ਕਿ ਪੂਰੇ ਸੰਸਾਰ ਨੂੰ ਆਪਣੇ ਕਲਾਵੇਂ 'ਚ ਲਾ ਲੈਂਦੇ ਆ, ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਐਸਾ ਬਿਮਲ ਗਿਆਨ, ਨਿਰਮਲ ਗਿਆਨ ਜਿਹੜਾ ਹੈ ਉਹ ਸਤਿਗੁਰੂ ਜੀ ਆਪਣੇ ਸਿੱਖ ਨੂੰ ਦਿਕਸ਼ਾ ਵਜੋਂ ਦਿੰਦੇ ਹਨ। ਇਹ ਦਿਖਿਆ ਸਭ ਕਸ਼ਟ ਮਿਟਾਨਾ। ਐਸੀ ਦਿਖਿਆ ਦੇ ਕੇ ਕਿ ਸਿੱਖਾ ਤੂੰ ਆਹ ਕੰਮ ਕਰਨੇ, ਆਹ ਨਹੀਂ ਕਰਨੇ। ਇਹ ਨਿਰਮਲ ਗਿਆਨ ਦੇ ਕੇ ਮਹਾਰਾਜ ਜੀ ਆਪਣੇ ਸਿੱਖ ਦੇ ਸਾਰੇ ਕਸ਼ਟਾਂ ਨੂੰ ਮਿਟਾ ਦਿੰਦੇ ਹਨ। ਜਿਸ ਦਿਕਸ਼ਾ ਕਿਸ ਨੂੰ ਕਹਿੰਦੇ ਨੇ? ਜਿਸ ਨਾਲ ਸਿੱਖ ਦੇ ਸਾਰੇ ਕਸ਼ਟ ਮਿਟ ਜਾਣ, ਸਾਰੇ ਕਸ਼ਟਾਂ ਤੋਂ ਮੁਕਤ ਹੋ ਜਾਏ, ਉਸ ਨੂੰ ਦਿਕਸ਼ਾ ਕਿਹਾ ਜਾਂਦਾ ਹੈ। ਮੰਤਰ। ਹੁਣ ਮੰਤਰ ਕੀ ਹੈ? ਗੁਰੂ ਮੰਤਰ ਵੀ ਦਿੰਦਾ ਨਾ ਸਿੱਖ ਨੂੰ। ਮੰਤਰ ਕੈਸਾ ਹੋਵੇ ਉਹ ਸੁਣੋ। ਮੰਤਰ ਸ਼ਰੋਮਣ ਕਹਿ ਸਤਨਾਮ। ਸਭ ਤੋਂ ਸ਼੍ਰੋਮਣੀ ਮੰਤਰ ਹੈ ਸਤਨਾਮ ਸ੍ਰੀ ਵਾਹਿਗੁਰੂ। ਮਹਾਂਪੁਰਸ਼ ਕਹਿੰਦੇ ਐ ਕਿ ਜਦੋਂ ਸਤਨਾਮ ਕਿਹਾ ਜਾਂਦਾ ਨਾ ਇਤਿਹਾਸ ਵਿੱਚ ਜਾਂ ਗੁਰਬਾਣੀ 'ਚ, ਉਹਦਾ ਮਤਲਬ ਹੁੰਦਾ ਮੂਲ ਮੰਤਰ। ਕਿਉਂਕਿ ਸਤਨਾਮ ਮੂਲ ਮੰਤਰ 'ਚ ਆਉਂਦਾ।
ਤੋ ਮੂਲ ਮੰਤਰ ਦਾ ਜਿਹੜਾ ਇਹ ਮੰਤਰ ਹੈ, ਦੁਨੀਆ ਦੇ ਸਾਰੇ ਮੰਤਰਾਂ ਚੋਂ ਸ਼੍ਰੋਮਣੀ ਮੰਤਰ ਹੈ, ਸਰਵੋਤਮ ਮੰਤਰ ਹੈ। ਇਸ ਮੰਤਰ ਦੇ ਮਾਨਿੰਦ ਦੁਨੀਆ 'ਚ ਕੋਈ ਮੰਤਰ ਨਹੀਂ ਹੈ। ਤੋ ਮਹਾਪੁਰਸ਼ ਇਸ ਨੂੰ ਵੀ ਮੰਤਰ ਕਹਿੰਦੇ ਆ, ਤੇ ਗੁਰ ਮੰਤਰ, ਗੁਰ ਇਹ ਮੂਲ ਮੰਤਰ ਹੈ। ਔਰ ਗੁਰ ਮੰਤਰ ਕਿਹੜਾ ਹੈ? ਵਾਹਿਗੁਰੂ 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 ਗੁਰ ਮੰਤਰ ਹੈ। ਜਪ ਹਉ ਮੈਂ ਖੋਈ ਵਾਹਿਗੁਰੂ, ਇਹ ਜਿਹੜਾ ਗੁਰ ਮੰਤਰ ਹੈ, ਇਹ ਸਾਰੇ ਮੰਤਰਾਂ ਵਿੱਚੋਂ ਸ਼੍ਰੋਮਣੀ ਮੰਤਰ ਹੈ। ਜਿਸ ਕੇ ਸਿਮਰਨ ਲਹਿ ਸੁਖ ਤਾਮ। ਜਦੋਂ ਇਸ ਗੁਰ ਮੰਤਰ ਨੂੰ ਜਪੀਏ, ਵਾਹਿਗੁਰੂ 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 ਜਦੋਂ ਜਦੋਂ ਜਪੀਏ ਨਾ, ਜਿੰਨੀ ਵੇਰੀ ਵੀ ਜਪੀਏ, ਜਪ ਕੇ ਦੇ ਸਿਮਰਨ ਨਾਲ ਭਾਈ ਦਇਆ ਸਿੰਘ ਜੀ ਕਹਿੰਦੇ ਸੁਖ ਦੇ ਘਰ ਦੀ ਪ੍ਰਾਪਤੀ ਹੁੰਦੀ ਹੈ। ਇਹਨੂੰ ਜਿੰਨਾ ਜਿੰਨਾ ਜਪੀਏ ਸਿਮਰੀਏ, ਸੁਖ ਧਾਮ, ਜਿਸ ਘਰ ਦੇ ਵਿੱਚ ਸੁਖ ਹੈ ਉਹ ਘਰ ਮਿਲ ਜਾਂਦਾ ਹੈ, ਯਾਨੀ ਕਿ ਨਿਜ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਸੱਚੇ ਨਾਮ ਦੇ ਸਿਮਰਨ ਦੁਆਰਾ। ਇਸੇ ਕਰਕੇ ਗੁਰਸਿੱਖ ਜਪਦੇ ਨੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਇਸ ਦੇ ਸਿਮਰਨ ਦੁਆਰਾ ਸੁਖ ਧਾਮ, ਸੁਖ ਮੰਡਲ, ਆਹ ਨਿਜ ਘਰ ਭਾਈ ਭਗਤ ਰਵਿਦਾਸ ਜੀ ਦੇ ਕਹਿਣ ਮੁਤਾਬਕ ਬੇਗਮਪੁਰਾ ਉਹ ਪ੍ਰਾਪਤ ਹੋ ਜਾਂਦਾ ਹੈ। ਹਾਂਜੀ। ਅਥਵਾ ਇਸ ਤੋਂ ਇਲਾਵਾ, ਇਹ ਤਾਂ ਸਾਡਾ ਗੁਰਮੰਤਰ ਹੈ ਨਾ, ਪਰ ਹੋਰ ਵੀ ਸੰਸਾਰ ਵਿੱਚ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਉਹ ਵੀ ਮੰਤਰ ਜਪਦੇ ਨੇ, ਉਹਨਾਂ ਬਾਰੇ ਵੀ ਸੁਣ ਲਓ ਜਾਣਕਾਰੀ ਵਾਸਤੇ। ਅਸੀਂ ਤਾਂ ਗੁਰਮੰਤਰ ਹੀ ਜਪਣਾ, ਪਰ ਆ ਜਿਹੜੇ ਯੋਗੀ ਲੋਕ ਨੇ ਜਾਂ ਵਿਦਾਂਤੀ ਲੋਕ ਨੇ, ਵੇਦ ਸ਼ਾਸਤਰ ਪੜ੍ਹਨ ਸੁਣਨ ਵਾਲੇ, ਉਹ ਵੀ ਜਪਦੇ ਨੇ ਮੰਤਰ। ਤਾਂ ਉਹ ਕਿਹੜਾ ਜਪਦੇ ਨੇ ਉਹ ਵੀ ਸੁਣੋ। ਹਾਂਜੀ। ਅਦਵੈਤ ਵਾਕ ਤੰਤਰੰਗ ਮਸ ਜੋਏ। ਉਹ ਕਹਿੰਦੇ ਤਤਵਮਸੀ, ਅੱਖਰਾਂ ਦੀ ਸੋਧ ਨਾਲ ਪੜ੍ਹੀ, ਅਦਵੈਤ ਦਾ ਜਿਹਦੇ ਵਿੱਚ ਗਿਆਨ ਹੋਵੇ, ਤਤਵਮਸੀ ਯਾਨੀ ਕਿ ਤਤਮੰਗਸੀ, ਤੂੰ ਬ੍ਰਹਮ ਹੈ, ਤੂੰ ਬ੍ਰਹਮ ਹੈ, ਤੂੰ ਬ੍ਰਹਮ ਹੈ ਸੁਣੈ ਸਿੱਖ ਸੋਏ। ਤੂੰ ਬ੍ਰਹਮ ਹੈ। ਜਦੋਂ ਗੁਰੂ ਆਪਣੇ ਸਿੱਖ ਨੂੰ ਇਹ ਗਿਆਨ ਦਿੰਦਾ ਹੈ, ਏਦਾਂ ਗੁਰਮੰਤਰ ਦਿੰਦਾ ਵੀ ਤੂੰ ਬ੍ਰਹਮ ਹੈ, ਇਹ ਕਹਿੰਦਾ ਤਤਵਮਸੀ ਤਤਵੰਗਸੀ, ਤੂੰ ਬ੍ਰਹਮ ਹੈ। ਜਦੋਂ ਇਸ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਮੰਤਰ ਦਿੰਦਾ ਹੈ, ਅਹੰ ਬ੍ਰਹਮਸਮ ਬਹੁਰੇ ਉਚਾਰੇ, ਫਿਰ ਉਹ ਜਦੋਂ ਗੁਰੂ ਕਹਿੰਦਾ ਤਤਵੰਗਸੀ, ਤੂੰ ਬ੍ਰਹਮ ਹੈ, ਤੇ ਸਿੱਖ ਸੁਣ ਕੇ ਕਹਿੰਦਾ ਅਹੰ ਬ੍ਰਹਮਸਮੀ, ਮੈਂ ਬ੍ਰਹਮ ਹਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਤੋਂ ਬਿਨਾਂ ਗਿਆਨ ਉਹਨੂੰ ਵੀ ਨਹੀਂ ਹੋਣਾ, ਭਾਵੇਂ ਉਹਨੇ ਵਿਦਾਂਤ ਪੜ੍ਹੇ ਨੇ, ਭਾਵੇਂ ਉਹ ਵਿਦਾਂਤ ਪੜ੍ਹੀ ਬੈਠਾ ਹੈ, ਉਹਨੂੰ ਸਾਰਾ ਗਿਆਨ ਹੋ ਗਿਆ, ਪਰ ਗੁਰੂ ਬਿਨਾਂ ਨਹੀਂ ਪੜ੍ਹਦਾ ਪਾਟਣਾ। ਗੁਰੂ ਉਹਨੂੰ ਵੀ ਧਾਰਨ ਕਰਨਾ ਪੈਣਾ। ਗੁਰੂ ਕਹਿੰਦਾ ਉਹਨੂੰ ਸਨਮੁਖ ਹੋ ਕੇ, ਉਹਦੇ ਖਲੋ ਕੇ, ਤੂੰ ਬ੍ਰਹਮ ਹੈ, ਤੇ ਸਿੱਖ ਸੁਣ ਕੇ ਫਿਰ ਅੱਗੋਂ ਕਹਿੰਦਾ ਹਾਂ ਅਹੰ ਬ੍ਰਹਮਸਮੀ, ਮੈਂ ਬ੍ਰਹਮ ਹਾਂ। ਬਾਬਾ ਸੂਰਜਮਲ ਜੀ, ਮਾਫ ਕਰਨਾ, ਬਾਬਾ ਮਹਾਦੇਵ ਜੀ ਜਦੋਂ ਸਰੀਰ ਛੱਡਣਾ ਨਾ, ਗੋਇੰਦਵਾਲ ਸਾਹਿਬ ਆ ਗਏ ਗੁਰੂ ਅਰਜਨ ਸਾਹਿਬ ਨਾਲ। ਬਾਬਾ ਮਹਾਦੇਵ ਜੀ ਨੇ ਬੇਨਤੀ ਕੀਤੀ, ਮੇਰੇ ਭਾਈ, ਮੇਰੇ ਭਰਾ ਵੀ ਉਹ ਤੇ ਗੁਰ ਭਾਈ ਵੀ ਉਹ,
ਤੇ ਗੁਰੂ ਵੀ ਹੋ, ਕਿਉਂਕਿ ਗੁਰੂ ਰਾਮਦਾਸ ਸਾਹਿਬ ਦੀ ਗੱਦੀ ਤੇ ਬੈਠੇ ਹੋ। ਤੁਸੀਂ ਸਾਰੇ ਸੰਸਾਰ ਨੂੰ ਗਿਆਨ ਦੇ ਰਹੇ ਹੋ ਤੇ ਮੈਨੂੰ ਕਿਉਂ ਨਹੀਂ ਦਿੰਦੇ? ਮੈਨੂੰ ਵੀ ਗਿਆਨ ਬਖਸ਼ੋ। ਹਾਲਾਂਕਿ ਬਾਬਾ ਮਹਾਦੇਵ ਜੀ ਬੜੇ ਚੋਟੀ ਦੇ ਸਾਧਕ ਸਨ, ਬੰਦਗੀ ਦੀ ਮੂਰਤ ਸਨ, ਤੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਉਪਦੇਸ਼ ਦਿੱਤਾ। ਉਹ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਇਹ ਸ਼ਬਦ ਉੱਥੇ ਉਚਾਰਿਆ ਮਹਾਰਾਜ ਜੀ ਨੇ, ਸੁਣ ਮੀਤਾ ਤੂਰੀ ਕੋ ਬਲ ਜਾਈ। ਉਪਦੇਸ਼ ਪਾਵ ਮਲੋਵਾ ਮਲ ਮਲ ਧੋਵਾ, ਇਹੋ ਮਨ ਤੈ ਕੂੰ ਦੇਸਾ। ਪੰਜਵੇਂ ਪਾਤਸ਼ਾਹ ਟੁੱਟ ਕੇ ਆਖਿਆ, ਬਾਬਾ ਮਹਾਦੇਵ ਜੀ ਤੁਸੀਂ ਆਤਮ ਸਵਰੂਪ ਹੋ, ਬ੍ਰਹਮ ਸਵਰੂਪ ਹੋ। ਬਾਬਾ ਜੀ ਨੇ ਨੇਤਰ ਬੰਦ ਕੀਤੇ। ਜਦੋਂ ਬੰਦ ਕੀਤੇ ਤੇ ਬ੍ਰਹਮ ਦਾ ਸਵਰੂਪ ਅੰਦਰ ਜਾਗਦਾ ਸਾਖਸ਼ਾਤਕਾਰ ਹੋਇਆ। ਸੁਰਤੀ ਲੱਗ ਗਈ, ਸਮਾਧੀ ਲੱਗ ਗਈ। ਉੱਥੇ ਇੱਕ ਪੈਰ ਤਕਰੀਬਨ 2.5-3 ਘੰਟੇ ਲਗਾਤਾਰ ਸਮਾਧੀ 'ਚ ਬੈਠੇ ਰਹੇ। ਪੰਜਵੇਂ ਪਾਤਸ਼ਾਹ ਵੀ ਅਡੋਲ ਨੇ। ਬਚਨ ਕੀਤਾ, ਮਹਾਦੇਵ ਜੀ ਨੇਤਰ ਖੋਲੋ, ਜੋ ਆਪਣੇ ਅੰਦਰ ਵੇਖਦੇ ਹੋ ਬਾਹਰ ਵੀ ਉਹੀ ਹੈ। ਨੇਤਰ ਖੋਲੇ ਤੇ ਬਾਹਰ ਵੀ ਬ੍ਰਹਮ ਸਵਰੂਪ। ਆਹਾ, ਨੈਣ ਮੀਟਿਆਂ ਅੰਦਰ ਦਿਸਦਾ, ਖੁੱਲਿਆਂ ਬਾਹਰ ਦਸਾਈ ਹੈ। ਭਾਈ ਵੀਰ ਸਿੰਘ ਜੀ, ਨੈਣ ਮੀਟਿਆਂ ਅੰਦਰ ਦਿਸਦਾ, ਖੁੱਲਿਆਂ ਬਾਹਰ ਦਸਾਈ ਹੈ। ਨੈਣ ਮੀਟਿਆਂ, ਨੇਤਰ ਮੁੰਦਦਿਆਂ ਤੇ ਅੰਦਰ ਹੈ, ਖੁੱਲਦਾ ਤਾਂ ਬਾਹਰ ਵੀ ਦਿਸਦਾ ਹੈ। ਇਹ ਗਿਆਨ ਸਿੱਖ ਨੂੰ ਗੁਰੂ ਪਾਤਸ਼ਾਹ ਦਿੰਦੇ ਹੈ। ਜਦੋਂ ਗੁਰੂ ਕਹਿੰਦਾ ਸਿੱਖ ਨੂੰ ਤਤ ਤਵੰਗ ਅਸੀਂ, ਤੂੰ ਬ੍ਰਹਮ ਹੈ, ਉਦਾਂ ਵੀ ਉਹਨੇ ਸੁਣਿਆ ਹੁੰਦਾ। ਮੈਂ ਵੀ ਕਹਿ ਦਿਆਂ ਕਿਸੇ ਨੂੰ ਤਤ ਤਵੰਗ ਅਸੀਂ, ਤੇ ਮੇਰੇ ਕਹਿਣ ਨਾਲ ਉਹਨੇ ਬ੍ਰਹਮ ਤਾਂ ਨਹੀਂ ਹੋ ਜਾਣਾ। ਪਰ ਗੁਰੂ ਦੇ ਸ਼ਬਦਾਂ ਵਿੱਚ ਸ਼ਕਤੀ ਹੁੰਦੀ ਹੈ। ਤਦੇ ਪਿੱਛੇ ਕਹਿ ਆਏ ਨੇ ਗੁਰੂ ਈਸ਼ਵਰ ਹੈ। ਗੁਰੂ ਈਸ਼ਵਰ ਦੀ ਮੂਰਤ ਹੈ, ਕਿਉਂਕਿ ਗੁਰੂ ਨੇ ਉਹ ਸ਼ਬਦ ਸਿੱਧ ਕੀਤੇ ਹੋਏ ਨੇ। ਗੁਰੂ ਨੇ ਸ਼ਬਦਾਂ ਦੀ ਚੇਤਨਤਾ ਨੂੰ ਜਗਾਇਆ ਹੋਇਆ ਹੈ। ਜਦੋਂ ਗੁਰੂ ਕਹਿੰਦਾ ਤਤ ਤਵੰਗ ਅਸੀਂ, ਤੂੰ ਬ੍ਰਹਮ ਹੈ, ਤੇ ਸੁਣਦਿਆਂ ਸਾਰ ਅੱਗੋਂ ਸਿੱਖ ਕਹਿੰਦਾ ਹਾਂ ਅਹੰ ਬ੍ਰਹਮਸਮੀ, ਮੈਂ ਬ੍ਰਹਮ ਹਾਂ। ਹਾਂਜੀ, ਮਹਾਵਾਕਿਆ ਇਹ ਮੰਤਰ ਸੁਤਾਰੇ। ਇਹ ਮਹਾਵਾਕ ਦਾ ਮੰਤਰ ਵੀ ਸਿੱਖ ਜਿਹੜੇ ਨੇ ਆਪਣੇ ਗੁਰੂ ਕੋਲੋਂ ਲੈਂਦੇ ਆ। ਜਦੋਂ ਪੰਜ ਪਿਆਰੇ ਸਾਨੂੰ ਕਿਵੇਂ ਦਿੰਦੇ ਆ, ਉਹ ਵੀ ਮਹਾਵਾਕ ਸੁਣਾਉਂਦੇ ਆ। ਪੰਜ ਪਿਆਰੇ ਕੀ ਕਹਿੰਦੇ ਆ? ਕਹਿੰਦੇ ਬਈ ਅੱਜ ਤੋਂ ਬਾਅਦ ਤੁਸੀਂ ਖਾਲਸਾ ਹੋ, ਯਾਨੀ ਕਿ ਖਾਲਸਾ ਪਰਮਾਤਮਾ ਦਾ ਸਵਰੂਪ ਹੈ ਨਾ। ਖਾਲਸਾ ਕਲਗੀਧਰ ਦਾ ਸਵਰੂਪ ਹੈ। ਜਦੋਂ ਪੰਜ ਪਿਆਰੇ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿ ਅੱਜ ਤੋਂ ਬਾਅਦ ਤੂੰ ਖਾਲਸਾ ਹੈ। ਤੇ ਜਦੋਂ ਕਹਿੰਦੇ ਆ ਖਾਲਸਾ, ਗੁਰੂ ਬੋਲਦਾ ਪੰਜ ਪਿਆਰਿਆਂ ਦੇ ਰੂਪ ਵਿੱਚ ਤੂੰ ਖਾਲਸਾ ਹੈ, ਤੇ ਅੱਗੋਂ ਫਿਰ ਸਿੰਘ ਵੀ ਤਿਆਰ ਬਰ ਤਿਆਰ ਹੋ ਕੇ ਫਤਿਹ ਗਜਾਉਂਦਾ, ਉਹ ਵੀ ਕਹਿੰਦਾ ਹਾਂ ਖਾਲਸਾ ਹਾਂ। ਬ੍ਰਹਮ ਸਵਰੂਪ ਹੋ ਗਿਆ। ਇਹ ਵੀ ਮਹਾਵਾਕ ਹੀ ਹੈ ਗੁਰੂ ਖਾਲਸਾ ਜੀ। ਹਾਂਜੀ, ਵਰਨ ਹੁਣ ਵਰਨ ਦੱਸਦੇ ਨੇ। ਆਮ ਕਰਕੇ 4 ਵਰਨ ਦੱਸੇ ਜਾਂਦੇ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼। ਭਾਈ ਦਇਆ ਸਿੰਘ ਨੇ 4 ਦੱਸ ਕੇ ਫਿਰ ਮੁੱਖ 2 ਹੀ ਦੱਸੇ ਨੇ ਬਾਅਦ ਵਿੱਚ ਜਾ ਕੇ। ਉਹ ਜਿਹੜੇ 4 ਵਰਨ ਨੇ ਉਹ ਸਾਡੇ ਸਰੀਰ ਵਿੱਚ, ਇੱਕੋ ਸਰੀਰ 'ਚ ਹੀ ਸਾਡੇ ਕਰਮਾਂ ਕਰਕੇ ਕੰਮ ਕਰਦੇ ਆ। ਆਮ ਕਰਕੇ ਜਦੋਂ ਵਰਨ ਵੰਡ ਕੀਤੀ ਗਈ ਸਾਡੇ ਸਮਾਜ ਵਿੱਚ, ਤੇ ਲੋਕਾਂ ਦੇ ਕੰਮ ਧੰਦਿਆਂ ਤੋਂ ਕੀਤੀ ਗਈ ਸੀ, ਜਨਮ ਤੋਂ ਨਹੀਂ ਸੀ ਕੀਤੀ ਗਈ। ਉਹਨਾਂ ਦੇ ਕੰਮ ਵੇਖ ਕੇ ਉਹਦੇ ਮੁਤਾਬਕ ਵਰਨ ਵੰਡ ਹੋਈ ਸੀ ਕਿ ਜਿਹੜਾ ਵੇਦ ਪੜ੍ਹਦਾ ਪੜਾਉਂਦਾ, ਬ੍ਰਹਮ ਨੂੰ ਜਾਣਦਾ, ਉਹ ਬ੍ਰਾਹਮਣ ਹੋ ਗਿਆ। ਜਿਹਦਾ ਕੋਲ ਪੜ੍ਹਨ ਲਿਖਾਣ ਦਾ ਕੰਮ ਧੰਦਾ ਹੋਣਾ, ਖੇਤੀਬਾੜੀ ਕਰਨ ਵਾਲੇ ਨੂੰ ਵੈਸ਼ ਕਹਿ ਦਿੱਤਾ, ਵਪਾਰ ਕਰਨ ਵਾਲੇ ਨੂੰ, ਰਾਜ ਕਰਨ ਵਾਲਿਆਂ ਨੂੰ ਛਤਰੀ, ਜਿਹੜੇ ਨੌਕਰੀਆਂ ਚਾਕਰੀਆਂ ਕਰਦੇ ਜਾਂ ਹੋਰ ਛੋਟੀਆਂ ਕਿਰਤਾਂ ਕਰਦੇ ਉਹਨਾਂ ਨੂੰ ਸ਼ੂਦਰ ਕਹਿ ਦਿੱਤਾ।
ਉਹ ਇਸ ਤਰ੍ਹਾਂ ਨਹੀਂ ਸੀ ਵੀ ਜਿਹੜਾ ਸ਼ੂਦਰ ਦੇ ਘਰ ਜੰਮ ਪਏ ਫਿਰ ਉਹ ਸ਼ੂਦਰ ਹੀ ਹੁੰਦਾ। ਜੇ ਉਹ ਬ੍ਰਾਹਮਣਾਂ ਦਾ ਕਰਮ ਕਰਦਾ ਤਾਂ ਉਹ ਬ੍ਰਾਹਮਣ ਹੈ। ਕਰਮ ਕਰਕੇ ਜਾਤੀ ਹੈ, ਜਨਮ ਕਰਕੇ ਜਾਤੀ ਨਹੀਂ ਹੈ। ਕਰਮ ਕਰਕੇ ਜਾਤੀ। ਇਸ ਕਰਕੇ ਭਾਈ ਸਾਹਿਬ ਸਾਡੇ ਇੱਕ ਸਰੀਰ ਦੇ ਵਿੱਚ, ਭਾਈ ਦਇਆ ਸਿੰਘ ਕਹਿੰਦੇ ਇੱਕ ਸਾਡਾ ਜਿਹੜਾ ਇਹ ਸਰੀਰ ਹੈ ਇਹਦੇ ਚ ਚਾਰੇ ਵਰਣ ਕੰਮ ਕਰਦੇ ਆ। ਕਿਵੇਂ ਕਰਦੇ ਆ ਹੁਣ ਉਹ ਦੱਸਦੇ ਨੇ, ਸੁਣੋ ਜੀ। ਲਏ ਪ੍ਰਕਿਰਤ ਸਤਿਗੁਰ ਦਵਿਜ ਜਾਤ। ਕਹਿੰਦੇ ਜਦੋਂ ਪ੍ਰਕਿਰਤੀ ਨੇ ਸਾਡੇ ਸਰੀਰ, ਪ੍ਰਕਿਰਤੀ ਨੇ ਬਣਾਇਆ ਹੈ, ਸਤੋ ਗੁਣ ਦੀ ਅੰਸ਼ ਲਈ ਹੈ, ਤਾਂ ਉਦੋਂ ਇਹ ਦਵਿਜ ਬਣ ਗਿਆ। ਸਾਡਾ ਜਿਹੜਾ ਸਰੀਰ ਜਦੋਂ ਸਤੋ ਗੁਣੀ ਅੰਸ਼ ਨੂੰ ਲੈਂਦਾ, ਜਦੋਂ ਅਸੀਂ ਸਾਤਵਿਕ ਬਿਰਤੀ, ਹੁਣ ਆਪਾਂ ਸਾਤਵਿਕ ਬਿਰਤੀ ਨਾਲ ਬੈਠੇ ਆ ਸਾਰੇ, ਸ਼ਾਂਤ ਹੋ ਕੇ ਗੁਰੂ ਕੀ ਕਥਾ ਸੁਣ ਰਹੇ ਆ ਐਨ ਟਕਾ ਨਾਲ, ਇਹ ਸਤੋ ਗੁਣ ਦੀ ਅੰਸ਼ ਲੈ ਕੇ ਬੈਠੇ ਆ ਨਾ। ਇੱਥੇ ਅਸੀਂ ਬ੍ਰਹਮ ਦੀ ਵਿਚਾਰ ਹੋਣ ਕਰਕੇ ਕੌਣ ਹੋ ਗਏ? ਬ੍ਰਾਹਮਣ, ਜਿਹਦੇ ਬਾਰੇ ਗੁਰਬਾਣੀ ਚ ਮਹਾਰਾਜ ਜੀ ਨੇ ਕਿਹਾ ਬ੍ਰਾਹਮਣ ਬ੍ਰਹਮ ਬਿੰਦਾ ਤਿਸਦਾ ਬ੍ਰਹਮਤਰ। ਬੋਧੀ ਵਾਲਾ ਬ੍ਰਾਹਮਣ ਨਹੀਂ ਹੈ ਇੱਥੇ। ਜਿਹੜਾ ਬ੍ਰਹਮ ਨੂੰ ਜਾਣੇ ਉਹ ਬ੍ਰਾਹਮਣ ਹੈ। ਹਾਂਜੀ। ਸਤ ਰਜ ਮਿਸਰਤ ਛਤਰੀ ਪਾਂਤ। ਜਦੋਂ ਸਤੋ ਗੁਣ ਤੇ ਰਜੋ ਗੁਣ ਦੋਵੇਂ ਮਿਲਦੇ ਨੇ ਸਾਡੇ ਚ, ਸਤੋ ਰਜੋ ਦੋਵੇਂ ਇਕੱਠੇ ਹੁੰਦੇ ਨੇ, ਉਦੋਂ ਫਿਰ ਛਤਰੀ ਬਣ ਜਾਂਦੇ ਆ। ਉਦੋਂ ਤਲਵਾਰ ਫੜੀ ਜੰਗ ਦੇ ਮੈਦਾਨ 'ਚ ਜੂਝਣ ਲੱਗ ਪਿਆ ਖਾਲਸਾ, ਉਦੋਂ ਫਿਰ ਛਤਰੀ ਹੋ ਗਿਆ। ਕਿਉਂਕਿ ਉਦੋਂ ਸਤੋ ਗੁਣ ਤੇ ਰਜੋ। ਜਦੋਂ ਸਵੇਰੇ ਸਵੇਰੇ ਐਨ ਸ਼ਾਂਤ ਹੋ ਕੇ ਗੁਰੂ ਘਰ ਆ ਕੇ ਸੇਵਾ ਕਰਦਾ, ਬਾਣੀ ਪੜ੍ਹਦਾ, ਉਦੋਂ ਬ੍ਰਾਹਮਣ ਹੋ ਗਿਆ। ਜਦੋਂ ਸਤੋ ਤੇ ਰਜੋ ਗੁਣ ਯਾਨੀ ਕਿ ਸਤੋ ਰਜੋ ਦੀ ਸਹਿਤ ਅੰਸ਼ ਸਹਿਤ ਹੋ ਗਿਆ, ਤਲਵਾਰ ਫੜੀ ਛਤਰੀ ਹੋ ਕੇ ਜੰਗ ਦੇ ਮੈਦਾਨ 'ਚ ਜੂਝਣ ਲੱਗ ਪਿਆ। ਹਾਂਜੀ। ਰਜ ਤਮ ਲਏ ਪ੍ਰਕਿਰਤ ਤਨ ਬੈਸ। ਕਹਿੰਦੇ ਜਦੋਂ ਰਜੋ ਗੁਣ ਤੇ ਤਮੋ ਗੁਣ ਦੀ ਪ੍ਰਕਿਰਤੀ ਲੈ ਕੇ ਚੱਲਦਾ ਹੈ, ਫਿਰ ਇਹ ਵੈਸ਼ ਬਣ ਜਾਂਦਾ। ਵਪਾਰ ਕਰਦਾ, ਕੰਮ ਧੰਦੇ ਕਰਦਾ, ਦੁਕਾਨਦਾਰੀਆਂ ਕਰਦਾ, ਖੇਤੀ ਕਰਦਾ। ਹਾਂਜੀ। ਤਬ ਪ੍ਰਕਿਰਤ ਤੇ ਸ਼ੂਦਰਨ ਹੈਸ। ਫਿਰ ਜਦੋਂ ਤਮੋ ਗੁਣੀ ਪ੍ਰਕਿਰਤੀ ਆ ਜਾਂਦੀ ਸਰੀਰ ਵਿੱਚ, ਉਦੋਂ ਫਿਰ ਇਹ ਸ਼ੂਦਰ ਭਾਵ ਯਾਨੀ ਕਿ ਨੌਕਰੀਆਂ ਆਦਿਕ ਕਰਨੀ, ਸੇਵਾ ਭਾਵ। ਸ਼ੂਦਰ ਦਾ ਮਤਲਬ ਨਿਮਰਤਾ ਸਹਿਤ ਰਹਿਣਾ, ਹਲੀਮੀ ਸਹਿਤ ਰਹਿਣਾ। ਸਾਰੇ ਦਿਨ ਉੱਚੇ ਤਖਤਾਂ ਤੇ ਬਹਿ ਕੇ ਆਇਆ, ਸ਼ਾਮ ਦਾ ਵੇਲਾ ਹੋਇਆ, ਉਧਰ ਸੋਦਰ ਰਹਿਰਾ ਸਾਹਿਬ ਦਾ ਪਾਠ ਹੋ ਰਿਹਾ, ਇਹ ਹੱਥ ਵਿੱਚ ਸੰਗਤਾਂ ਦੇ ਜੋੜੇ ਫੜ ਕੇ ਜੋੜਿਆਂ ਨੂੰ ਪਾਲਿਸ਼ ਕਰ ਰਿਹਾ, ਉਦੋਂ ਵਿਨਿਮਰ ਹੋ ਗਿਆ। ਸ਼ੂਦਰ, ਉਹਨੂੰ ਸ਼ੂਦਰ ਦਾ ਮਤਲਬ ਵਿਨਿਮਰ ਭਾਵ, ਵਿਨਿਮਰਤਾ ਸਹਿਤ ਸਾਰੀਆਂ ਜਾਤੀਆਂ ਬਰਾਦਰੀਆਂ ਛੱਡ ਕੇ ਨੀਵਾਂ ਹੋ ਗਿਆ। ਬਈ ਮੈਂ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਧੂੜੀ ਝਾੜਨੀ, ਗੁਰੂ ਕੇ ਸਿੱਖਾਂ ਦੇ ਚਰਨਾਂ ਦੇ ਜੋੜੇ ਝਾੜਨੇ, ਜਾਂ ਝੂਠੇ ਭਾਂਡੇ ਮਾਂਜਣੇ ਆ, ਝਾੜੂ ਫੇਰਨ ਦੀ ਸੇਵਾ ਕਰਨੀ ਹੈ। ਉਦੋਂ ਫਿਰ ਥੋੜੀ ਵੇਖਦਾ ਵੀ ਮੈਂ ਕਿੱਡੇ ਉੱਚੇ ਰੁਤਬੇ ਵਾਲਾ ਹਾਂ, ਕਿੱਡਾ ਮੇਰਾ ਸਟੇਟਸ ਹੈ। ਨਹੀਂ, ਉੱਥੇ ਵਿਨਿਮਰ ਭਾਵ। ਹਾਂਜੀ। ਤ੍ਰਿਗੁਣੀ ਪ੍ਰਕਿਰਤੀ ਚਾਰ ਵਰਨ ਗਣ। ਕਹਿੰਦੇ ਏਦਾਂ ਤਿੰਨ ਗੁਣਾਂ ਦੀ ਪ੍ਰਕਿਰਤੀ ਨਾਲ ਚਾਰ ਵਰਨ ਹਨ। ਇੱਕ ਇੱਕ ਵਰਨ ਮੈਂ ਚਾਰੋ ਵਰਨ। ਅਸਲ ਵਿੱਚ ਇੱਕੋ ਵਰਨ ਦੇ ਵਿੱਚ ਚਾਰੇ ਵਰਨ ਮਿਲੇ ਹੋਏ ਨੇ। ਜਿਹੋ ਜੀ ਅੱਗੇ ਕੋਈ ਕਿਰਤ ਕਰਦਾ ਉਹਦੇ ਮੁਤਾਬਕ ਵਰਨ ਬਣਦਾ ਹੈ। ਅਥਵਾ ਵਰਨ ਦੋਏ ਇਸ ਢਾਲ। ਭਾਈ ਦਇਆ ਸਿੰਘ ਜੀ ਕਹਿੰਦੇ ਮੈਂ ਤਾਂ ਦੋ ਹੀ ਵਰਨ ਮੰਨਦਾ। ਚਲੋ ਇਹ ਤਾਂ ਚਾਰ ਵਰਨ ਜਿਹੜੇ ਲੋਕਾਂ ਨੇ ਬਣਾਏ ਮੈਂ ਤੁਹਾਨੂੰ ਦੱਸੇ ਹੈ। ਭਾਈ ਸਾਹਿਬ ਕਹਿੰਦੇ ਮੈਂ ਤਾਂ ਦੋ ਵਰਨ ਹੀ ਮੰਨਦਾ ਕਿ ਦੋ ਹੀ ਵਰਨ ਨੇ। ਕਿਹੜੇ ਨੇ? ਸੁਣੋ। ਬ੍ਰਾਹਮਣ ਆਦ ਅੰਤ ਚੰਡਾਲ। ਬ੍ਰਾਹਮਣ ਤੇ ਦੂਜਾ ਚੰਡਾਲ। ਕਹਿੰਦੇ ਮੈਂ ਦੋ ਹੀ ਵਰਨ ਮੰਨਦਾ, ਇੱਕ ਬ੍ਰਾਹਮਣ ਹੈ, ਦੂਜਾ ਚੰਡਾਲ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਡੇ ਵਾਸਤੇ ਦੋ ਹੀ ਵਰਨ ਨੇ। ਸਿੱਖਾਂ ਨੇ ਵੀ ਇਹੀ ਬਿਰਤੀ ਰੱਖੀ ਹੈ, ਇੱਕ ਬ੍ਰਾਹਮਣ ਦੂਜਾ ਚੰਡਾਲ। ਹੁਣ ਉਹ ਬ੍ਰਾਹਮਣ ਕਿਹੜਾ ਤੇ ਚੰਡਾਲ ਕਿਹੜਾ? ਭਾਈ ਦਇਆ ਸਿੰਘ ਜੀ ਦੱਸਦੇ ਹਨ। ਬ੍ਰਹਮ ਅਭਿਮਾਨੀ ਬ੍ਰਾਹਮਣ ਕਹੀਏ। ਜਿਹੜਾ ਬ੍ਰਹਮ ਅਭਿਮਾਨੀ ਹੈ, ਜਿਹੜਾ ਕਹੇ ਮੈਂ ਬ੍ਰਹਮ ਸਵਰੂਪ ਹਾਂ, ਬ੍ਰਹਮ ਬਿੰਦਾ ਤੇ ਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ, ਉਹ ਬ੍ਰਾਹਮਣ ਹੈ। ਜਿਹੜਾ ਆਪਣੇ ਹਿਰਦੇ ਵਿੱਚ ਬ੍ਰਹਮ ਅਭਿਮਾਨੀ ਹੋ ਕੇ ਵੀ ਮੈਂ ਬ੍ਰਹਮ ਸਵਰੂਪ ਹਾਂ, ਇਹ ਬਿਰਤੀ ਰੱਖ ਕੇ ਆਪਣੇ ਬ੍ਰਹਮ ਸਵਰੂਪ ਨੂੰ ਜਾਣ ਲੈਂਦਾ ਹੈ, ਉਹ ਬ੍ਰਾਹਮਣ ਹੈ। ਤਨ ਬ੍ਰਹਮ ਅਭਿਮਾਨ ਚੰਡਾਲ ਸੋ ਲਹੀਏ। ਤੇ ਜਿਹੜਾ ਸਰੀਰ ਦਾ ਅਭਿਮਾਨੀ ਹੈ,
ਵੀ ਮੈਂ ਸਰੀਰ ਹਾਂ, ਕਹਿੰਦੇ ਉਹ ਚੰਡਾਲ ਹੈ। ਬਸ ਇਹ ਦੋ ਹੀ ਵਰਣ ਨੇ। ਇਸ ਸਰੀਰ ਦੇ ਅੰਦਰ ਜਿਹੜੀ ਆਤਮਾ ਹੈ, ਜਿਹਨੇ ਤੇ ਉਹਨੂੰ ਜਾਣ ਲਿਆ ਉਹ ਬ੍ਰਾਹਮਣ, ਜਿਹੜਾ ਉਹਨੂੰ ਨਹੀਂ ਜਾਣ ਸਕਿਆ, ਸਰੀਰ ਹੀ ਆਪਣਾ ਮੰਨੀ ਬੈਠਾ ਵੀ ਮੇਰਾ ਸਰੀਰ, ਸਰੀਰ ਅਭਿਮਾਨੀ, ਉਹ ਹੋ ਗਿਆ ਚੰਡਾਲ। ਚੰਡਾਲ ਦਾ ਮਤਲਬ ਜਿਹੜਾ ਸਰੀਰ ਮੁਰਦੇ ਸਾੜਦਾ ਨਾ, ਉਹਨੂੰ ਚੰਡਾਲ ਬੋਲਦੇ ਆ। ਵੀ ਯਾਨੀ ਕਿ ਸਰੀਰ ਨਾਲ ਜੁੜਿਆ ਹੋਇਆ, ਇਸ ਕਰਕੇ ਚੰਡਾਲ ਹੈ। ਜਿਹੜਾ ਬ੍ਰਹਮ ਨਾਲ ਜੁੜਿਆ ਹੋਇਆ ਉਹ ਬ੍ਰਾਹਮਣ ਹੈ। ਤਦੇ ਕਬੀਰ ਜੀ ਮਹਾਰਾਜ ਜੀ ਨੇ ਇਹੀ ਕਿਹਾ ਕਾਂਸ਼ੀ ਦੇ ਬਾਹਮਣਾਂ ਨੂੰ, ਉਹ ਤੁਸੀਂ ਬਾਹਮਣਾਂ ਦੇ ਘਰੇ ਜੰਮ ਕੇ ਕਹੋ ਵੀ ਅਸੀਂ ਬਾਹਮਣ ਹਾਂ, ਏਦਾਂ ਥੋੜੀ ਬਾਹਮਣ ਹੋਈਦਾ ਹੈ। ਜਿਹੜਾ ਬ੍ਰਹਮ ਵਿਚਾਰਦਾ ਹੈ, ਬ੍ਰਹਮਾਕਾਰ ਬਿਰਤੀ ਨੂੰ ਧਾਰਨ ਕਰਦਾ ਹੈ, ਉਹ ਬ੍ਰਾਹਮਣ ਹੈ। ਇਸ ਕਰਕੇ ਭਾਵੇਂ ਸ਼ੂਦਰਾਂ ਦੇ ਘਰੇ ਜੰਮੇ ਕਬੀਰ ਰਵਿਦਾਸ, ਪਰ ਉਹ ਮਹਾਨ ਸ੍ਰੇਸ਼ਟ ਬ੍ਰਾਹਮਣੀ ਹਨ, ਕਿਉਂਕਿ ਬ੍ਰਹਮ ਨੂੰ ਜਾਣ ਲਿਆ ਹੈ। ਬ੍ਰਾਹਮਣ ਕੋਈ ਜਾਤੀ ਨਹੀਂ ਸੀ, ਬ੍ਰਾਹਮਣ ਪੁਣਾ ਹੋਣਾ ਇੱਕ ਅਵਸਥਾ ਸੀ। ਅਵਸਥਾ ਨੂੰ ਜਾਤੀ ਦਾ ਨਾਂ ਦੇ ਦਿੱਤਾ, ਉਹਨੂੰ ਬਰਾਦਰੀ ਬਣਾ ਦਿੱਤਾ, ਹੈ ਉਹ ਅਵਸਥਾ ਸੀ। ਹਾਂਜੀ। ਬ੍ਰਾਹਮਣ ਸੋ ਜੋ ਬ੍ਰਹਮ ਜਾਣਾਤ, ਕਹਿੰਦੇ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਣਾਉਂਦਾ ਹੈ। ਹਾਂ, ਹਾਂਜੀ। ਵੇਦ ਗ੍ਰੰਥ ਭਖਤ ਬਖਿਆਤ, ਇਹ ਗੱਲ ਭਾਈ ਦਇਆ ਸਿੰਘ ਜੀ ਕਹਿੰਦੇ, ਮੈਂ ਹੀ ਨਹੀਂ ਕਹਿੰਦਾ, ਹਿੰਦੂ ਵੀਰਾਂ ਦੇ ਵੇਦ ਵੀ ਇਹੀ ਕਹਿੰਦੇ ਆ ਵੀ ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦਾ ਵਿਖਿਆਨ ਕਰਦਾ, ਬ੍ਰਹਮ ਨੂੰ ਜਾਣਦਾ, ਬ੍ਰਹਮ ਅਭਿਮਾਨੀ, ਉਹ ਬ੍ਰਾਹਮਣ ਹੈ। ਇਹ ਵੇਦਾਂ ਵਿੱਚ ਵੀ ਕਿਹਾ ਗਿਆ। ਭਾਈ ਦਇਆ ਸਿੰਘ ਜੀ ਕਹਿੰਦੇ ਕੱਲਾ ਗੁਰਬਾਣੀ ਵਿੱਚ ਮੈਂ ਨਹੀਂ ਇਹ ਗੱਲ ਕਹਿ ਰਿਹਾ, ਗੁਰਬਾਣੀ ਨਹੀਂ ਕਹਿ ਰਹੀ, ਉਹਨਾਂ ਦੇ ਖੁਦ ਜਿਨ੍ਹਾਂ ਦੇ ਵੇਦ ਬਣਾਏ ਹੋਏ ਨੇ, ਜਿਨ੍ਹਾਂ ਨੇ ਵਰਣ ਵੰਡ ਕੀਤੀ ਹੋਈ ਹੈ, ਉਹਨਾਂ ਦੇ ਧਰਮ ਗ੍ਰੰਥ ਕਹਿੰਦੇ ਨੇ, ਪਰ ਉਹ ਮੰਨਦੇ ਕੋਈ ਨਹੀਂ, ਉਹ ਮੰਨਦੇ ਨਹੀਂ ਹਨ, ਉਹ ਤਾਂ ਵਿਤਕਰਾ ਕਰਦੇ। ਅੱਜ ਵੀ ਬਹੁਤ ਸਾਰੇ ਹਿੰਦੁਸਤਾਨ 'ਚ ਐਸੇ ਮੰਦਰ ਨੇ ਜਿੱਥੇ ਬ੍ਰਾਹਮਣ ਲੋਕ ਕਿਸੇ ਨੀਵੇਂ ਵਰਣ ਦੇ ਵਿਅਕਤੀ ਨੂੰ ਮੱਥਾ ਵੀ ਨਹੀਂ ਟੇਕਣ ਦਿੰਦੇ ਹਨ। ਸੋ ਕਹਿਣ ਤੋਂ ਭਾਵ ਕਿ ਉਹਨਾਂ ਨੇ ਜਾਤੀ ਨੂੰ ਹੀ ਬ੍ਰਾਹਮਣ ਬਣਾ ਲਿਆ। ਅਸਲ ਵਿੱਚ ਬ੍ਰਾਹਮਣ ਹੋਣਾ ਇੱਕ ਅਵਸਥਾ ਸੀ ਜਿੱਥੇ ਬ੍ਰਹਮਾਕਾਰ ਬਿਰਤੀ ਹੋ ਜਾਏ। ਹਾਂਜੀ। ਆਸ਼ਰਮ, ਚਾਰ ਆਸ਼ਰਮ ਦੱਸ, ਚਾਰ ਵਰਣ ਨੇ, ਇਸੇ ਤਰ੍ਹਾਂ ਹੀ ਚਾਰ ਆਸ਼ਰਮ ਹਨ। ਹਾਂਜੀ। ਆਸ਼ਰਮ ਬ੍ਰਹਮਚਾਰੀ ਚਤੁਆਸ, ਪਹਿਲਾ ਹੈ ਬ੍ਰਹਮਚਰਜ। ਸਭ ਤੋਂ ਪਹਿਲਾ ਜਿਹੜਾ ਹੈ ਉਹਨੂੰ ਕਹਿੰਦੇ ਨੇ ਬ੍ਰਹਮਚਾਰੀ ਵੀ ਕਹਿ ਦਿੰਦੇ ਆ, ਜਾਂ ਬ੍ਰਹਮਚਰਜ। ਇਹ 1 ਸਾਲ ਤੋਂ 25 ਸਾਲ ਦੀ ਉਮਰ, 100 ਸਾਲ ਦੀ ਉਮਰ ਵਿੱਚ ਚਾਰ ਆਸ਼ਰਮ ਬਣਾਏ ਨੇ ਵੀ ਪਹਿਲੇ ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਬ੍ਰਹਮਚਾਰੀ ਰਹੇ, ਯਾਨੀ ਕਿ ਵਿਦਿਆ ਪੜ੍ਹੇ, ਆਪਣੀ ਜਿਹੜੀ ਨੌਕਰੀ ਚਾਕਰੀ ਤੱਕ ਪਹੁੰਚਣ ਵਾਸਤੇ ਕਾਮਯਾਬ ਹੋ ਜਾਏ, ਉਹ ਬ੍ਰਹਮਚਰਜ। ਪਹਿਲਾ 1 ਤੋਂ 25 ਸਾਲ ਦੀ ਉਮਰ ਤੱਕ ਦਾ ਇਹ ਆਸ਼ਰਮ ਕਿਹਾ ਜਾਂਦਾ ਸੀ। ਹਾਂਜੀ। ਅਸਤ ਬਾਨ ਪ੍ਰਸਥੰਗ ਸੰਨਿਆਸ, ਕੀ ਪੜ੍ਹੀ ਜਾਂਦੇ ਹੋ? ਗ੍ਰਹਿਸਤ ਬਾਨ ਪ੍ਰਸਥੰਗ ਸੰਨਿਆਸ। ਹਾਂ, ਦੂਸਰਾ ਆਸ਼ਰਮ ਜਿਹੜਾ ਹੈ 25 ਤੋਂ 50 ਸਾਲ ਦੀ ਉਮਰ ਤੱਕ ਦਾ, ਉਹ ਹੈ ਗ੍ਰਹਿਸਥ ਆਸ਼ਰਮ। ਬੱਚਿਆਂ ਨੂੰ ਜਨਮ ਦੇਣਾ, ਸੰਤਾਨ ਦੀ ਉਤਪਤੀ, ਫਿਰ ਉਹਨਾਂ ਦੀ ਪਾਲਣਾ, ਉਹਨਾਂ ਦੀ ਯੋਗ ਵਿਦਿਆ ਦਾ ਪ੍ਰਬੰਧ ਕਰਨਾ, ਉਹਨਾਂ ਦੀਆਂ ਵਿਆਹ ਸ਼ਾਦੀਆਂ ਕਰਨੀਆਂ, ਔਰ ਉਸ ਜ਼ਿੰਮੇਵਾਰੀ ਤੋਂ ਫਾਰਗ ਹੋ ਜਾਣਾ 50 ਸਾਲ ਦੀ ਉਮਰ ਤੱਕ। ਜੇ ਇਸ ਤਰੀਕੇ ਨਾਲ ਚੱਲਦੇ ਹਾਂ ਤਾਂ ਗ੍ਰਹਿਸਥ ਆਸ਼ਰਮ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਫਿਰ ਘਟ ਗਈਆਂ। ਹਾਂਜੀ। ਉਸ ਤੋਂ ਬਾਅਦ ਫਿਰ ਅੱਗੇ ਆਉਂਦਾ ਬਾਨਪ੍ਰਸਥ। 50 ਸਾਲ ਦੀ ਉਮਰ ਤੋਂ ਲੈ ਕੇ 75 ਸਾਲ ਦੀ ਉਮਰ ਤੱਕ ਫਿਰ ਬਾਨਪ੍ਰਸਥੀ। ਬਾਨਪ੍ਰਸਥੀ ਘਰ ਨਾਲੋਂ ਹੌਲੇ ਹੌਲੇ ਮੋਹ ਤੋੜ ਲਵੇ ਆਪਣਾ। ਇਹ ਹਿੰਦੁਸਤਾਨ ਦੇ ਬਣਾਏ ਹੋਏ ਆਸ਼ਰਮ ਨੇ, ਮੈਂ ਉਹ ਦੱਸ ਰਿਹਾ ਹਾਂ। ਗੁਰਮਤਿ ਦੇ ਵਿੱਚ ਤਾਂ ਗੁਰੂ ਖਾਲਸਾ ਜੀ ਉਹ ਪਹਿਲਾਂ ਹੀ ਗੁਰਦੇਵ ਨੇ ਗ੍ਰਸਥ ਵਿੱਚ ਰਹਿੰਦਿਆਂ ਵੀ ਸਾਨੂੰ ਮਮਤਾ ਨਹੀਂ ਸਿਖਾਈ ਹੈ। ਖੈਰ, ਬਾਨਪ੍ਰਸਥ 50 ਤੋਂ 75 ਸਾਲ ਦੀ ਉਮਰ ਤੱਕ ਘਰ ਤੋਂ ਫਿਰ ਯਾਤਰਾ ਤੇ ਨਿਕਲ ਜਾਣਾ, ਕਦੇ ਕਿਹੜੇ ਤੀਰਥ ਤੇ, ਕਦੇ ਕਿਹੜੇ ਤੀਰਥ ਤੇ, ਏਦਾਂ ਚੱਲਦੇ। ਉਸ ਤੋਂ ਬਾਅਦ 75 ਤੋਂ 100 ਸਾਲ ਦੀ ਉਮਰ ਆਮ ਕਰਕੇ ਹਿੰਦੁਸਤਾਨ ਦੇ ਲੋਕ ਫਿਰ ਸੰਨਿਆਸ ਲੈ ਲੈਂਦੇ ਸੀ। ਘਰੋਂ ਬਿਲਕੁਲ ਬਾਹਰ ਜਾ ਕੇ ਕਿਸੇ ਤੀਰਥ ਤੇ, ਹਰਿਦੁਆਰ, ਕਾਂਸ਼ੀ, ਬਨਾਰਸ, ਇਲਾਹਾਬਾਦ ਜਾ ਕੇ ਰਹਿਣਾ, ਔਰ ਆਪਣੀ ਅਖੀਰਲੀ ਜ਼ਿੰਦਗੀ ਦੇ ਦਿਨ ਉੱਥੇ ਬਤੀਤ ਕਰਕੇ ਰੱਬ ਰੱਬ ਕਰਕੇ ਸਰੀਰ ਤਿਆਗ ਦੇਣਾ। ਏਦਾਂ ਇਹ ਚਾਰ ਆਸ਼ਰਮ ਜਿਹੜੇ ਨੇ ਹਿੰਦੁਸਤਾਨ ਦੇ ਜਿਹੜੇ ਮਹਾਂਪੁਰਸ਼ ਨੇ, ਮਹਾਤਮਾ ਨੇ, ਰਿਸ਼ੀ ਮੁਨੀ ਨੇ,
ਉਹਨਾਂ ਨੇ ਮਨੁੱਖ ਦੀ 100 ਸਾਲ ਦੀ ਉਮਰ ਨੂੰ ਮੁੱਖ ਰੱਖਦਿਆਂ ਏਦਾਂ ਇਹਨਾਂ ਦੀ ਜਿਹੜੀ ਆ ਉਹ ਵੰਡ ਕੀਤੀ ਹੈ। ਤੋ ਹਾਂਜੀ, ਇਹ ਉਦਾਂ ਸਿੱਖ ਤਾਂ ਘਰ ਵਿੱਚ ਰਹਿ ਕੇ ਵੀ ਬਾਨਪ੍ਰਸਤ ਹੋ ਸਕਦਾ ਹੈ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਰੇ ਮਨ ਐਸੋ ਕਰ ਸੰਨਿਆਸਾ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਸਿੱਖ ਨੂੰ ਆ ਸੰਨਿਆਸ ਮਹਾਰਾਜ ਜੀ ਨੇ ਦਿੱਤਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਵੇ। ਹੋਰ ਅੱਗੇ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ, ਜਿੱਥੇ ਅਤੀ ਵਰਨ ਆਸ਼ਰਮ, ਧਰਮ ਅਧਰਮ, ਮਰਨ ਜਨਮ, ਬਿਖ ਕੀ ਹੈ, ਅੰਮ੍ਰਿਤ ਕੀ ਹੈ, ਜਸ ਕੀ ਹੈ, ਅਪਜਸ ਕੀ ਹੈ, ਇਹ ਸਾਰੀਆਂ ਕਥਾਵਾਂ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ। ਬਨ ਸੇ ਸਦਨ ਸਭੈ ਕਰ ਸਮਝੋ, ਬਨ ਸੇ ਸਦਨ ਸਭੈ ਕਰ ਸਮਝੋ। ਸਮਝੋ ਮਨ ਹੀ ਮਾਹੇ ਉਦਾਸਾ, ਮਨ ਹੀ ਮਾਹੇ ਉਦਾਸਾ, ਮਨ ਹੀ ਮਾਹੇ ਉਦਾਸਾ, ਮਨ ਹੀ ਮਾਹੇ ਉਦਾਸਾ। ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ, ਆਧਾਰ, ਹੇ ਠਾਕੁਰ ਹੋਂ ਦਾਸਰੋ, ਹੈ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਆ ਪਰੋਏ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋ ਤਨਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।